ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਅੱਜ ਦੇ ਅਗਲੇ ਸਪੀਕਰ ਹਨ ਡਾਕਟਰ ਮਨਦੀਪ ਸਿੰਘ ਜੀ, ਜਿਹੜੇ ਥਾਪਰ ਯੂਨੀਵਰਸਿਟੀ ਦੇ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੇ ਹੈਡ ਵੀ ਰਹੇ ਹਨ, ਪ੍ਰੋਫੈਸਰ ਹਨ। ਬੜਾ ਲੰਬਾ ਜ਼ਿੰਦਗੀ ਦਾ ਤਜਰਬਾ ਹੈ ਐਜੂਕੇਸ਼ਨ ਫੀਲਡ ਨਾਲ, ਤੇ ਗੁਰਮਤ ਦੇ ਫੀਲਡ ਦੇ ਵਿੱਚ ਵੀ ਉਹਨਾਂ ਨੇ ਬੜੀਆਂ ਪਲਾਂਘਾਂ ਪੁੱਟੀਆਂ ਹਨ। ਉਹ ਰੈਗੂਲਰ ਤੌਰ ਤੇ ਲੈਕਚਰ ਵੀ ਦਿੰਦੇ ਹਨ ਤੇ ਉਹਨਾਂ ਦੀ ਗਿਆਨ ਮੈਂਡੀਜ਼ ਗਿਆਨ ਦੇ ਨਾਂ ਤੇ ਉਹਨਾਂ ਦਾ ਬਹੁਤ ਦੂਰ ਤੱਕ ਬਹੁਤ ਸਾਰੇ ਦੇਸ਼ਾਂ ਵਿੱਚ ਉਹਨਾਂ ਦੇ ਲੈਕਚਰ ਸੁਣਾਏ ਜਾਂਦੇ ਹਨ ਤੇ ਡੇਲੀ ਬੇਸਿਸ ਤੇ ਵੀ ਉਹ ਜੁੜਦੇ ਹਨ। ਇਹ ਜਿਹੜੇ ਮੈਂ ਹੁਣ ਬਹੁਤਾ ਸਮਾਂ ਨਹੀਂ ਲੈਂਦਾ ਤੇ ਸਾਡੇ ਅੱਜ ਦੇ ਸਪੀਕਰ ਪਹੁੰਚ ਚੁੱਕੇ ਹਨ ਡਾਕਟਰ ਮਨਦੀਪ ਸਿੰਘ ਜੀ। ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਤੁਹਾਨੂੰ ਆਪਣੇ ਵਿਦਵਤਾ ਭਰਪੂਰ ਲੈਕਚਰ ਨਾਲ ਤੁਹਾਨੂੰ ਨਿਹਾਲ ਕਰਨ। ਇਹ ਅੱਜ ਦਾ ਟਾਪਿਕ ਹੈ ਉਹਨਾਂ ਦਾ ਮਾਈਂਡਫੁਲਨੈਸ। ਠੀਕ ਹੈ ਜੀ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਮਾਈਕ ਸੰਭਾਲਣ ਤੇ ਉਹ ਆਪਣੇ ਲੈਕਚਰ ਨਾਲ ਤੁਹਾਨੂੰ ਸਾਰਿਆਂ ਨੂੰ ਆਪਣੇ ਲੈਕਚਰ ਦੀ ਜਿਹੜੀ ਉਹਨਾਂ ਦੀ ਵਿਉਂਤ ਬਣਾਈ ਹੈ, ਜਿਵੇਂ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਅਗਵਾਈ ਦੇਣੀ ਹੈ, ਮੈਂ ਉਹਨਾਂ ਨੂੰ ਸੱਦਾ ਦਿੰਦਾ ਹਾਂ ਉਹ ਸਟਾਰਟ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਬੇਨਤੀ ਹੈ ਜੀ ਵੀਡੀਓ ਔਨ ਕਰ ਲਓ ਜੀ ਆਪਣੀ। ਮੈਂ ਆਪਣਾ ਸਕਰੀਨ ਸ਼ੇਅਰ ਕਰਾਂਗਾ ਜੀ, ਮੈਂ ਵੀਡੀਓ ਨਹੀਂ ਔਨ ਕਰਾਂਗਾ, ਮੈਂ ਆਪਣਾ ਸਕਰੀਨ ਸ਼ੇਅਰ ਕਰਾਂਗਾ। ਔਰ ਤੁਸੀਂ ਮੈਨੂੰ ਲੱਗਦਾ ਹੈ ਮੇਰਾ ਵੀਡੀਓ ਦੀ ਥਾਂ ਤੇ ਸਕਰੀਨ ਪੂਰਾ ਫੁੱਲ ਸਕਰੀਨ ਦੇਖ ਪਾ ਰਹੇ ਹੋ? ਜੀ ਸਰ ਜੀ। ਹਾਂਜੀ, ਜੋ ਅਸੀਂ ਇੱਕ ਆਪਣੇ ਹਰ ਇੱਕ ਲੈਕਚਰ ਦੇ ਵਿੱਚ ਇੱਕ ਰਿਵਾਇਤ ਰੱਖੀ ਹੈ, ਕੁਝ ਵੀ ਕਰਨ ਤੋਂ ਪਹਿਲਾਂ ਮੂਲ ਮੰਤਰ ਸਾਹਿਬ, ਮਹਾਮੰਤਰ ਸਾਹਿਬ, ਜੋ ਵੀ ਉਹਨੂੰ ਤੁਸੀਂ ਕਹਿੰਦੇ ਹੋ, 5 ਵਾਰੀ ਘੱਟੋ ਘੱਟ ਉਹ ਸਾਰੀਆਂ ਸੰਗਤਾਂ ਮਿਲ ਕੇ ਕਰ ਲੈਣ। ਆਈ ਜਸਟ ਵਾਂਟ ਟੂ ਚੈੱਕ ਮਾਈ ਵੌਇਸ ਇਜ਼ ਕਲੀਅਰ ਐਂਡ ਆਡੀਬਲ। ਜੋ ਕੋਈ ਇਸ਼ੂ ਹੈਗਾ ਤਾਂ ਮੈਨੂੰ ਦੱਸ ਦਿੱਤਾ ਜਾਏ ਜੀ ਪਲੀਜ਼। ਸਰ ਕਲੀਅਰ ਹੈ ਜੀ ਆਪकी ਦੀ ਵੌਇਸ, ਕੋਈ ਪ੍ਰੋਬਲਮ ਨਹੀਂ ਹੈ। ਠੀਕ ਹੈ ਜੀ, ਠੀਕ ਹੈ ਜੀ। ਸਤਨਾਮ ਸ੍ਰੀ ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸਤਨਾਮ ਸ੍ਰੀ ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸਤਨਾਮ ਸ੍ਰੀ ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸਤਨਾਮ ਸ੍ਰੀ ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸਤਨਾਮ ਸ੍ਰੀ ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਦਾ ਜੋ ਵਿਸ਼ਾ ਹੈ The Art and Science of Mindfulness, ਇਹ ਇੱਕ ਅੱਜ ਕੱਲ ਫਿਰ ਦੁਬਾਰਾ ਤੋਂ ਇੱਕ
जो पुराना सिखी दा सिद्धांत है, बहुत पुरातन सिद्धांत है, ਜਿਹੜਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦੇ ਕੇ ਕਿਹਾ ਹੈ, ਉਹ ਮਾਈਂਡਫੁਲਨੈਸ ਦੇ ਨਾਂ ਤੇ ਅੱਜ ਕੱਲ ਦੁਬਾਰਾ ਤੋਂ ਬਹੁਤ ਸਾਰੇ ਲਿਬਰਲ ਆਰਟਸ ਦੇ ਜਿਹੜੇ ਨਵੇਂ ਪ੍ਰੋਗਰਾਮਸ ਆ ਰਹੇ ਹੈ, ਨਵੀਆਂ ਡਿਗਰੀਆਂ ਆ ਰਹੀਆਂ, ਉਹਨਾਂ ਦੇ ਵਿੱਚ ਪੜਾਇਆ ਜਾ ਰਿਹਾ ਹੈ। ਸਾਈਕੋਲੋਜਿਸਟਸ ਵੀ ਮਾਈਂਡਫੁਲਨੈਸ ਦੇ ਉੱਤੇ ਕਾਫੀ ਕੰਮ ਕਰ ਰਹੇ ਹੈ। तो ਅੱਜ ਜੋ ਮੇਰੇ ਕੋਲ ਇਸ ਵੇਲੇ 40 45 50 ਮਿੰਟ ਹੈ, ਇਹਨਾਂ ਦੇ ਵਿੱਚ ਮੈਂ ਤੁਹਾਨੂੰ ਇਹ ਸ਼ੇਅਰ ਕਰਨਾ ਚਾਹੁੰਦਾ ਕਿ ਇਹ ਮਾਈਂਡਫੁਲਨੈਸ ਕੀ ਚੀਜ਼ ਹੈ, ਮਾਈਂਡਫੁਲਨੈਸ ਦੀ ਕੀ ਜ਼ਰੂਰਤ ਹੈ, ਮਾਈਂਡਫੁਲਨੈਸ ਕਿਵੇਂ ਆਪਣੀ ਵਧਾਈ ਜਾਈਏ ਔਰ ਇਹਦੇ ਕੀ ਫਾਇਦੇ ਹੈਗੇ। ਇਹ ਸਾਰੀਆਂ ਕੁਛ ਜਿਹੜੀਆਂ ਚੀਜ਼ਾਂ ਹੈਗੀਆਂ, I will be discussing, I'll be sharing with you in English, Hindi, Punjabi, ਥੋੜਾ ਥੋੜਾ ਕਰਕੇ, ਤਾਂ ਕਿ ਜੇ ਕਿਸੇ ਨੂੰ ਇੰਗਲਿਸ਼ ਪੂਰੀ ਤਰ੍ਹਾਂ ਨਹੀਂ ਆਉਂਦੀ ਤਾਂ ਉਹ ਹਿੰਦੀ ਜਾਂ ਪੰਜਾਬੀ ਸੁਣ ਲੇ। ਹੋ ਸਕਦਾ ਹੈ ਤੁਹਾਡੇ ਵਿੱਚੋਂ ਕੋਈ ਸਪੀਕਰ ਹੈ ਜਾਂ ਆਡੀਅנס ਹੋਏ ਜਿਹਨੂੰ ਪੰਜਾਬੀ ਨਾ ਆਉਂਦੀ ਹੋਏ, ਸੋ I will be putting in little bit dose of English and Hindi also, ਤਾਂ ਕਿ ਇੱਕ ਮਲਟੀਲਿੰਗੁਅਲ ਆਪਣੀ ਆਡੀਅנס ਦੇ ਵਿੱਚ something is gained by someone, ਕੁਛ ਨਾ ਕੁਛ ਹਰ ਇੱਕ ਨੂੰ ਥੋੜਾ ਥੋੜਾ ਕਰਕੇ ਸਮਝ ਆ ਜਾਏ। Now, just to say what is the art and science of mindfulness, ਜਦੋਂ ਅਸੀਂ ਸਾਇੰਸ ਦੀ ਗੱਲ ਕਰਦੇ ਹਾਂ ਉਦੋਂ ਕਹਿੰਦੇ ਹਾਂ why, ਔਰ ਜਦੋਂ ਅਸੀਂ ਆਰਟ ਦੀ ਗੱਲ ਕਰਦੇ ਹਾਂ ਉਦੋਂ ਅਸੀਂ ਕਹਿੰਦੇ ਹਾਂ how। ਇਹ ਕਿਉਂ ਹੈ ਉਹ ਸਾਇੰਸ ਹੈ, ਇਹ ਕਿਵੇਂ ਕੀਤਾ ਜਾ ਸਕਦਾ ਹੈ ਇਹ ਆਰਟ ਹੈ। ਕੋਈ ਵੀ ਚੀਜ਼ ਕਿਸ ਤਰ੍ਹਾਂ ਕਰਨੀ ਹੈ ਇੱਕ ਆਰਟ ਹੈ। ਪਬਲਿਕ ਸਪੀਕਿੰਗ ਵੀ ਇੱਕ ਆਰਟ ਹੈ। ਅਸੀਂ ਕੋਈ ਵੀ ਗੱਲ ਦੇਖੀਏ, ਸਿੰਗਿੰਗ ਇੱਕ ਆਰਟ ਹੈ। ਕਿਵੇਂ ਚੰਗਾ ਗਾਇਆ ਜਾਏ, ਕਿਵੇਂ ਚੰਗਾ ਬੋਲਿਆ ਜਾਏ, ਕਿਵੇਂ ਚੰਗਾ ਖੇਡਿਆ ਜਾਏ, ਇਹ ਆਰਟ ਹੈ। ਔਰ ਇਹਦੇ ਪਿੱਛੇ ਜੋ ਕਿਉਂ ਹੈ, ਇਹਦੀ ਆਵਾਜ਼ ਸੁਰੀਲੀ ਕਿਉਂ ਹੈ, ਉਹ ਸਾਇੰਸ ਹੈ, ਉਹ ਸਾਇੰਸ ਹੈ। ਇਸ ਕਰਕੇ the how and why of mindfulness can also be said the art and science of mindfulness in simple terms। ਇਹਦੇ ਬਾਰੇ ਹੁਣ ਥੋੜਾ ਅਸੀਂ ਹੁਣ ਵਿਚਾਰ ਕਰ ਲਈਏ। ਇਹ ਤੁਸੀਂ, ਮੈਨੂੰ ਲੱਗਦਾ ਤੁਹਾਡਾ ਏਜ ਗਰੁੱਪ ਹੋਏਗਾ 14 ਸਾਲ ਤੋਂ ਲੈ ਕੇ 20 22 ਸਾਲ ਤੱਕ। ਮੈਨੂੰ ਠੀਕ ਕਰਿਓ ਜੇ ਮੈਂ ਗਲਤ ਹੋਵਾਂ ਤਾਂ, ਕਿਉਂਕਿ ਕਿਹੜੀ ਕਲਾਸ ਦੇ ਬੱਚੇ ਹੈਗੇ ਜੀ, ਮੈਨੂੰ ਥੋੜਾ ਜਿਹਾ ਆਈਡੀਆ ਹੋ ਜਾਏ, ਫਿਰ ਮੈਂ ਆਪਣੇ ਆਪ ਨੂੰ ਉਸ ਤਰ੍ਹਾਂ ਹੀ बैलेंस करके मेरी स्पीच रहेगी। सर प्लीज अनम्यूट कर लो जी। ये सारे बच्चे प्रोफेशनल कोर्स कर रहे हैं जी। एक कोई इंजीनियरिंग कर रहा है, कोई मेडिकल कर रहा है, कोई MA MSc BCom। ये सारे बच्चे 18-19 साल तो लेके, ठीक है जी, मैं समझ गया जी, मैं समझ गया जी, क्योंकि ये मेरी रेगुलर ऑडियंस है। ਕਿਉਂਕਿ ਮੈਂ ਵੀ ਜਿਹੜੇ ਕਾਲਜ ਵਿੱਚ ਪੜਾਉਣਾ, ਤੁਹਾਨੂੰ ਪਤਾ ਹੈ, ਉਹਦੇ ਵਿੱਚ ਵੀ ਸਾਰੇ ਐਸੀ ਏਜ ਗਰੁੱਪ ਦੇ ਬੱਚੇ ਹੈਗੇ ਆ ਜਿਹੜੇ ਕਿ 18 ਤੋਂ ਲੈ ਕੇ 22 ਸਾਲ 24 ਸਾਲ ਜਾਂ ਐਟ ਦੀ ਮੋਸਟ ਇਫ ਯੂ ਟੇਕ PhD ਇਨਟੂ ਅਕਾਊਂਟ 26 ਸਾਲ ਤੱਕ ਦੇ ਹੈ। ਸੋ ਦਿਸ ਗਰੁੱਪ ਆਈ ਐਮ ਵੈਰੀ ਕੰਫਰਟੇਬਲ ਵਿਦ। ਮੈਨੂੰ ਇਹ ਸਾਰੇ ਆਪਣੇ ਬੱਚਿਆਂ ਵਰਗੇ ਲੱਗਦੇ, ਮੇਰੇ ਆਪ ਦੇ ਬੱਚੇ, ਮੇਰੇ ਆਪਣੇ ਬੱਚੇ, ਉਹ ਵੀ ਐਸੀ ਏਜ ਗਰੁੱਪ ਦੇ ਹੈਗੇ। ਸੋ ਆਈ ਹੋਪ ਮੈਂ ਇਹਨਾਂ ਦੇ ਨਾਲ ਇੱਕ ਚੰਗਾ ਰਾਬਤਾ ਪੂਰਾ ਬਣਾਉਣ ਚ ਥੋੜਾ ਮੈਨੂੰ ਮਿਲੇਗਾ ਕੰਫਰਟ। I'll be comfortable making communication with this generation or with this age group। ਹੁਣ ਜੇ ਅਸੀਂ ਇਹ ਗੱਲ ਕਰੀਏ ਸਪੈਸੀਫਿਕਲੀ ਜਿਹੜੀ ਤੁਸੀਂ ਹੁਣ ਇਹ ਸਿਚੁਏਸ਼ਨ ਚੋਂ ਨਿਕਲ ਰਹੇ ਹੋ, ਜਿਹਨੂੰ ਅਸੀਂ ਪੈਂਡੇਮਿਕ ਕਹਿ ਰਹੇ ਹਾਂ। I can see on the chat box also people telling me that they are from BSc honors in mathematics. The age is around 23 years old and doing B.Eds and graduation। बहुत चंगी गल है जी। बहुत ज्यादा अनसर्टनिटीज हैगियां आज दी डेट विच, बहुत ज्यादा अनसर्टनिटीज हैगियां। सरकार एक पासे कह रही है बहुत वड्डी महामारी फैली हुई है, उतों दी कह रही है वैक्सीनेशन हो जाएगी, आ जाएगी, नहीं होएगी। फार्मर्स प्रोटेस्ट कर रहे हैगे हैं, ਉਹਦੇ ਨਾਲ ਡਰ ਲੱਗ ਰਿਹਾ ਹੈ। ਦਿੱਲੀ ਵਾਲਿਆਂ ਨੂੰ ਡਰ ਲੱਗ ਰਿਹਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਆ ਰਹੇ ਹੈ ਉਹ ਆ ਕੇ, ਕਿਉਂਕਿ ਉਹਨਾਂ ਨੇ ਇਕੱਠੇ ਹੋਣਾ ਹੈ, ਉਹ ਕਿਤੇ ਮਹਾਮਾਰੀ ਨੂੰ ਹੋਰ ਨਾ ਫੈਲਾ ਦੇਣ। ਪੰਜਾਬ ਵਾਲਿਆਂ ਨੂੰ ਡਰ ਲੱਗ ਰਿਹਾ ਹੈ ਕਿ ਜਦੋਂ ਵਾਪਸ ਆਣਗੇ
ਇਹ ਆਪਣੇ ਬਿੱਲ ਰਿਵਰਟ ਕਰਾ ਕੇ ਆਣਗੇ, ਕਾਨੂੰਨ ਭਾਵੇਂ ਬਦਲ ਕੇ ਉਹਨਾਂ ਦੇ ਹੱਕ ਵਿੱਚ ਆਏਗਾ, ਪਰ ਕਿਤੇ ਬਿਮਾਰੀ ਨਾ ਲੈ ਆਣ। ਦਿੱਲੀ ਆਲਰੇਡੀ ਬਿਮਾਰੀ ਬਹੁਤ ਫੈਲੀ ਹੋਈ ਹੈ। ਇਹ ਸਾਰੀ ਗੱਲਾਂ ਦੀ ਵੈਸੇ ਵੀ ਇੱਕ ਜੋ ਤੁਸੀਂ ਅੱਜ 22 ਸਾਲ ਦੇ 23 ਸਾਲ ਦੇ ਉਮਰ ਦੇ ਨੌਜਵਾਨ ਹੋ, ਕੱਲ ਨੂੰ ਤੁਹਾਡਾ ਕੀ ਰੋਜ਼ਗਾਰ ਮਿਲੇਗਾ, ਤੁਹਾਨੂੰ ਕਿਹੋ ਜਿਹਾ ਲਾਈਫ ਪਾਰਟਨਰ ਮਿਲੇਗਾ, ਤੁਹਾਨੂੰ ਕੱਲ ਨੂੰ ਕਿਹੋ ਜੀ ਤੁਹਾਨੂੰ ਵੀਜ਼ਾ ਲੱਗੇਗਾ, ਤੁਹਾਡਾ ਨਹੀਂ ਲੱਗੇਗਾ, ਕੈਨੇਡਾ ਤੁਸੀਂ ਪਹੁੰਚਣਾ ਹੈ ਕਿ ਪਟਿਆਲੇ ਰਹਿਣਾ ਹੈ ਕਿ ਦਿੱਲੀ ਜਾਣਾ ਹੈ ਕਿ ਰੈਸਟ ਆਫ ਦਾ ਇੰਡੀਆ 'ਚ ਕਿਤੇ ਘੁੰਮਣਾ ਹੈ। ਬਹੁਤ ਜ਼ਿਆਦਾ ਐਂਗਜ਼ਾਈਟੀਜ਼ ਹੈਗੀਆਂ, ਬਹੁਤ ਜ਼ਿਆਦਾ ਅਨਸਰਟਨਟੀਜ਼ ਹੈਗੀਆਂ, ਬਹੁਤ ਜ਼ਿਆਦਾ ਕੁਐਸਚਨ ਮਾਰਕਸ ਹੈਗੀਆਂ ਤੁਹਾਡੀ ਲਾਈਫ ਦੇ ਵਿੱਚ, ਔਰ ਇਹਨਾਂ ਸਾਰਿਆਂ ਦੇ ਵਿੱਚ ਢੇਰ ਸਾਰੀ ਟੈਨਸ਼ਨ ਤੁਹਾਡੇ ਮਾਈਂਡ ਤੇ ਆ ਜਾਂਦੀ ਹੈ। ਯੂ ਹੈਵ ਲੋਟਸ ਐਂਡ ਲੋਟਸ ਆਫ ਟੈਨਸ਼ਨ, ਔਰ ਉਹਨਾਂ ਦੇ ਕਈ ਕਾਰਨ ਹੈ। ਅਸੀਂ ਦੇਖੀਏ, ਸਾਨੂੰ ਲੱਗਦਾ ਹੈ ਕਿ ਸਾਡੀ ਲਾਈਫ ਇਜ਼ ਫੁੱਲ ਆਫ ਐਂਗਜ਼ਾਈਟੀਜ਼। ਹੁਣ ਇਹ ਦੇਖੀਏ ਕਿ ਜਿਹੜੀਆਂ ਵੀ ਸਾਡੀਆਂ ਐਂਗਜ਼ਾਈਟੀਜ਼ ਹੈ, ਜਿਹੜੀ ਸਾਡੀਆਂ ਟੈਨਸ਼ਨਸ ਹੈ, ਸਾਡੀਆਂ ਵਰੀਜ਼ ਹੈ, ਇਹ ਕਿਉਂ ਹੈ? ਇਹ ਕਿਉਂ ਅਸੀਂ ਇੰਨੇ ਦਿਮਾਗ ਦੇ ਉੱਤੇ ਵਜ਼ਨ ਲੈ ਕੇ, ਬੋਝ ਪਾ ਕੇ ਅਸੀਂ ਹਮੇਸ਼ਾ ਆਪਣੀ ਜ਼ਿੰਦਗੀ ਨੂੰ ਜੀ ਰਹੇ ਹਾਂ? ਲਾਈਫ ਇੰਨੀ ਮੁਸ਼ਕਿਲ ਕਿਉਂ ਹੈਗੀ ਹੈ? ਅਸੀਂ ਖੁਸ਼ ਕਿਉਂ ਨਹੀਂ ਰਹਿ ਸਕਦੇ? ਅਸੀਂ ਇਹ ਸਾਰੀਆਂ ਦੇ ਪਿੱਛੇ ਜਿਹੜਾ ਮੂਲ ਕਾਰਨ ਹੈ, ਵਾਈ, ਇੱਕ ਹੁੰਦਾ ਹੈ ਹਾਓ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ, ਇੱਕ ਹੈ ਵਾਈ। ਪਹਿਲੇ ਅਸੀਂ ਵਾਈ ਲੈ ਲਈਏ, ਇਹਨਾਂ ਦੇ ਪਿੱਛੇ ਸਾਇੰਸ ਕੀ ਹੈ, ਇਹਨਾਂ ਦੇ ਪਿੱਛੇ ਕਾਰਨ ਕੀ ਹੈ, ਐਂਡ ਦੈਨ ਦ ਆਂਸਰ ਇਜ਼ ਵੀ ਡਿਡ ਨਾਟ ਇਵੋਲਵ ਟੂ ਬੀ ਹੈਪੀ। ਜਿਵੇਂ ਜਿਵੇਂ ਅਸੀਂ ਇਵੋਲਵ ਹੋਏ, ਜਿਵੇਂ ਲੋਕੀ ਕਹਿੰਦੇ ਆ ਕਿ ਪਹਿਲੇ ਅਸੀਂ ਬਾਂਦਰਾਂ ਵਾਂਗੂ ਜੀਂਦੇ ਸੀਗੇ, ਫਿਰ ਬਾਂਦਰਾਂ ਵਾਂਗੂ ਜੀਂਦੇ ਜੀਂਦੇ ਹੌਲੀ ਹੌਲੀ ਸਾਡੇ ਵਿੱਚ ਥੋੜੀ ਥੋੜੀ ਸੋਝ, ਸਾਡੇ ਚ ਸੋਝੀ ਵੱਧਦੀ ਗਈ, ਐਂਡ ਦੈਨ ਵੀ ਬਿਕੇਮ ਫੁੱਲੀ ਹਿਊਮਨ ਬੀਇੰਗਸ। ਸਾਡੇ ਖਾਣ ਪੀਣ ਦੇ, ਰਹਿਣ ਦੇ, ਤੁਰਨ ਦੇ, ਬੋਲਣ ਦੇ ਜੋ ਤੌਰ ਤਰੀਕੇ ਸੀਗੇ, ਉਹ ਹੌਲੀ 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 ਕਰਕੇ ਉਹ ਇੰਪਰੂਵ ਹੁੰਦੇ ਗਏ, ਔਰ ਸਾਡੀ ਇਵੋਲਵਮੈਂਟ ਦੇ ਵਿੱਚ ਅਸੀਂ ਹੁਣ ਪੂਰੀ ਤਰੀਕੇ ਨਾਲ ਹਿਊਮਨ ਬੀਇੰਗਸ ਬਣ ਗਏ ਆ। ਮੈਂ ਇਸ ਗੱਲ ਤੋਂ ਥੋੜਾ ਜਿਹਾ ਅਸਹਿਮਤ ਵੀ ਹਾਂ। ਸਾਡਾ ਐਵੋਲੂਸ਼ਨ ਅਜੇ ਵੀ ਚੱਲ ਰਿਹਾ ਹੈ, ਅਸੀਂ ਪੂਰਨ ਤੌਰ ਤੇ ਮਨੁੱਖ ਅਜੇ ਵੀ ਨਹੀਂ। ਸਾਡੀ ਜਿਹੜੀ ਕਰਤੂਤ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਗੁਰਬਾਣੀ ਚੋਂ ਲਿਖਿਆ, ਉਹ ਬਿਲਕੁਲ ਠੀਕ ਲਿਖਿਆ। ਗੁਰਬਾਣੀ ਦੀ ਇੱਕ ਇੱਕ ਗੱਲ, ਇੱਕ ਇੱਕ ਤੁਕ, ਇੱਕ ਇੱਕ ਸ਼ਬਦ ਦੇ ਵਿੱਚ ਸੱਚਾਈ ਔਰ ਕੇਵਲ ਸੱਚਾਈ ਹੈ। ਸਾਡੀਆਂ ਹਰਕਤਾਂ ਅਜੇ ਵੀ ਜਾਨਵਰਾਂ ਵਰਗੀਆਂ ਹੈਗੀਆਂ, ਪੂਰੇ ਤੌਰ ਤੇ, ਪੂਰਨ ਤੌਰ ਤੇ ਅਸੀਂ ਮਨੁੱਖ ਅਜੇ ਵੀ ਨਹੀਂ ਬਣੇ, ਅੱਧੇ ਬਚੱਧੇ ਹੈਗੇ ਆ। ਨਾ ਪੂਰੇ ਤਰੀਕੇ ਨਾਲ ਅਸੀਂ ਪਸ਼ੂ ਆ, ਨਾ ਪੂਰੇ ਤਰੀਕੇ ਨਾਲ ਅਸੀਂ ਦੇਖਣ ਨੂੰ ਮਨੁੱਖ ਲੱਗਦੇ ਆ, ਪਰ ਸਾਡੀਆਂ ਹਰਕਤਾਂ ਜਿਹੜੀਆਂ ਉਹ ਵਿੱਚ ਵਿਚਾਲੇ ਜੇ ਕਿਤੇ ਅਟਕੀਆਂ ਹੋਈਆਂ। ਔਰ ਇਸ ਐਵੋਲੂਸ਼ਨ ਦੇ ਪਿੱਛੇ ਜੇ ਅਸੀਂ ਸਾਇੰਸ ਦੇਖੀਏ, ਜੇ ਕਾਰਨ ਦੇਖੀਏ, ਤਾਂ ਸਾਨੂੰ ਪਤਾ ਚੱਲਦਾ ਹੈ ਕਿ ਅਸੀਂ ਸੁਖੀ ਰਹਿਣ ਵਾਸਤੇ ਸਾਡੇ ਦਿਮਾਗ ਦੀ ਪ੍ਰੋਗਰਾਮਿੰਗ ਹੋਈ ਹੀ ਨਹੀਂ। ਸਾਡੇ ਦਿਮਾਗ ਦੀ ਪ੍ਰੋਗਰਾਮਿੰਗ ਹੀ ਇਸ ਤਰ੍ਹਾਂ ਅਸੀਂ ਕੁਦਰਤ ਨੇ ਕੀਤੀ ਹੈ, ਉਸ ਹਾਲਾਤਾਂ ਚੋਂ ਅਸੀਂ ਲੰਘੇ ਆ, ਜਿਹਦੇ ਵਿੱਚ ਸਾਨੂੰ ਉਹਨਾਂ ਦਿਨਾਂ ਵਿੱਚ, ਉਹਨਾਂ ਸਾਲਾਂ ਦੇ ਵਿੱਚ, ਜਦੋਂ ਸਾਡਾ ਦਿਮਾਗ ਉਸ ਵੇਲੇ ਵਿਕਸਿਤ ਹੋ ਰਿਹਾ ਸੀਗਾ, ਉਸ ਵੇਲੇ ਜਦੋਂ ਸਾਡੀ ਐਵੋਲੂਸ਼ਨ ਹੋ ਰਹੀ ਸੀ, ਉਸ ਸਮੇਂ ਸਾਨੂੰ ਇੱਕ ਜ਼ਰੂਰੀ ਸੀ ਕਿ ਅਸੀਂ ਚਿੰਤਾ ਕਰੀਏ, ਜ਼ਰੂਰੀ ਸੀ ਕਿ ਸਾਡੇ ਉੱਤੇ ਟੈਨਸ਼ਨ ਬਣੇ। ਕਿਉਂ? ਲੈਟ ਅਸ ਐਨਾਲਾਈਜ਼ ਹਾਊ। ਜਿਹੜਾ ਸਾਡਾ ਦਿਮਾਗ ਹੈ, ਇਹ ਹੀ ਸਾਡਾ ਮੇਨ ਆਰਗਨ ਆਫ ਸਰਵਾਈਵਲ ਹੈ। ਦਿਮਾਗ ਜੇ ਸਾਡਾ ਇਸ ਸਤਰ ਤੇ ਨਾ ਹੁੰਦਾ, ਤਾਂ ਸਾਡੀ ਪੂਰੀ ਦੀ ਪੂਰੀ ਜੋ ਸਪੀਸੀਜ਼ ਹੈ, ਜਿਹਨੂੰ ਅਸੀਂ ਪ੍ਰਜਾਤੀ ਕਹਿੰਦੇ ਆ, ਇਹ ਹੁਣ ਤੱਕ ਖਤਮ ਹੋ ਚੁੱਕੀ ਹੋਣੀ ਚਾਹੀਦੀ ਸੀਗੀ। ਇਹਨੂੰ ਸਮਝਣ ਲਈ ਅਸੀਂ ਥੋੜਾ ਪਿੱਛੇ ਚੱਲਦੇ ਹਾਂ, ਕੋਈ 35-40 ਲੱਖ ਵਰੇ ਪਿੱਛੇ ਚੱਲਦੇ ਹਾਂ, ਔਰ ਇਹ ਅਸੀਂ ਦੇਖਦੇ ਹਾਂ ਜੰਗਲ ਹੈ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਸਵਾਨਾ ਦੇ ਜੰਗਲ ਹੈ, ਔਰ ਇਹ ਅਫਰੀਕਾ ਦੇ ਲਾਗੇ ਚਾਗੇ ਕਿਤੇ ਜੰਗਲ ਹੈਗੇ ਆ। ਔਰ ਉਸ ਵੇਲੇ ਸਾਡੇ ਬਹੁਤ, ਜਿਹਨੂੰ ਅਸੀਂ ਕਹਿੰਦੇ ਹਾਂ ਦਾਦਾ ਪੜਦਾਦਾ ਲੱਕੜਦਾਦਾ, ਅੱਜ ਤੋਂ 35-40 ਸਾਲ ਪਹਿਲਾਂ ਜਿਹੜੇ ਸੀਗੇ ਸਾਡੇ ਪੁਰਖੇ, ਬਹੁਤ ਵੱਡੇ ਪੁਰਾਣੇ ਪੁਰਖੇ, ਉਹਨਾਂ ਚੋਂ ਇੱਕ ਪੁਰਖਾ ਦਾ ਨਾਂ ਹੈਗਾ ਸੈਂਟਾ। ਆਪਾਂ ਨਾਂ ਰੱਖ ਲਿਆ ਸੈਂਟਾ, ਤੁਸੀਂ ਉਹਨੂੰ ਪੰਜਾਬੀ ਚ ਸੰਤਾ ਵੀ ਕਹਿ ਸਕਦੇ ਹੋ ਜੇ ਚਾਹਣਾ ਚਾਹੋ ਤਾਂ। ਉਹ ਸੈਂਟਾ ਉਸ ਵਕਤ ਦਾ ਜੋ ਸਾਡਾ ਸਾਰਿਆਂ ਦਾ ਇੱਕ ਸਾਂਝਾ ਪੁਰਖਾ ਸੀ, ਔਰ ਉਹਦੀ ਸੰਤਾਨਾਂ ਵਿੱਚੋਂ ਹੀ ਕੋਈ ਸੰਤਾਨ ਇੱਧਰ ਏਸ਼ੀਆ ਵਾਲੀ ਸਾਈਡ ਤੇ ਚਲੀ ਗਈ, ਕੋਈ ਕਿਸੇ ਤਰੀਕੇ ਨਾਲ ਸਮੁੰਦਰ ਪਾਰ ਕਰਕੇ ਆਸਟ੍ਰੇਲੀਆ ਚ ਚਲੀ ਗਈ, ਕੋਈ ਅਮਰੀਕਾ ਕੈਨੇਡਾ ਪਹੁੰਚ ਗਈ। ਸਾਰੀ ਦੁਨੀਆ ਤੇ ਹਿਊਮਨ ਬੀਇੰਗਸ ਫੈਲ ਗਏ, ਪਰ ਉਹ ਜਿਹੜੇ ਹਿਊਮਨ ਬੀਇੰਗਸ ਦੇ ਸਟਾਰਟਿੰਗ ਵਾਲੇ ਪੁਰਖੇ ਸੀਗੇ, ਦ ਕਾਮਨ ਐਂਸੈਸਟਰਸ, ਉਹ ਜਿਹੜੇ ਸੀ ਸਾਰੇ ਸਵਾਨਾ ਦੇ ਜੰਗਲਾਂ ਦੇ ਵਿੱਚ ਰਹਿੰਦੇ ਸੀ। ਐਂਡ ਦਿਸ ਇਜ਼ ਹਾਊ ਸੈਂਟਾ ਯੂਜ਼ਡ ਟੂ ਲੁੱਕ ਲਾਈਕ। ਉਹਨੇ ਕਿਸੇ ਤਰੀਕੇ ਨਾਲ ਗਰੁੱਪ ਵਿੱਚ ਰਹਿਣਾ, ਹੱਥ ਵਿੱਚ ਕਿਸੇ ਤਰੀਕੇ ਨਾਲ ਡੰਡੇ ਸੋਟੇ ਲੈ ਕੇ, ਪੱਥਰ ਲੈ ਕੇ, ਕੁਝ ਜੋ ਮਿਲਣਾ ਹੱਥਾਂ ਨਾਲ ਚੁੱਕ ਕੇ ਖਾਣਾ ਖਾ ਲੈਣਾ, ਕਿਸੇ ਚੀਜ਼ ਦਾ ਸ਼ਿਕਾਰ ਕਰਕੇ, ਕਿਸੇ ਵੀ ਜਾਨਵਰ ਦਾ,
ਕੋਈ ਮੋਰ, ਕੋਈ ਤਿੱਤਰ, ਕੋਈ ਬੱਕਰਾ, ਕੁਝ ਵੀ ਮਿਲਦਾ ਸੀ ਉਹਨੂੰ, ਕੋਈ ਉਹਨੂੰ ਸਾਹਾ ਮਿਲ ਜਾਣਾ, ਉਹਨੇ ਮਾਰ ਲੈਣਾ, ਮਾਰ ਕੇ ਕੱਚਾ ਖਾ ਲੈਣਾ, ਫਿਰ ਹੌਲੀ ਹੌਲੀ ਉਹਨੇ ਅੱਗ ਲਗਾ ਕੇ, ਅੱਗ ਬਣਾ ਕੇ, ਭੁੰਨ ਕੇ ਉਹ ਖਾਣਾ ਸ਼ੁਰੂ ਕੀਤਾ। ਇਹ ਉਸ ਵਕਤ ਦਾ ਜਿਹੜਾ ਸੈਂਟਾ ਜਾਂ ਸੈਂਟਾ, ਜੋ ਵੀ ਕਹਿ ਰਹੇ ਹੋ, ਸਾਡੇ ਪੁਰਖੇ ਰਹਿੰਦੇ ਸੀਗੇ, ਉਹ ਦੇਖਿਆ ਜਾਏ ਤਾਂ ਨਾ ਤੇ ਇਹਨਾਂ ਕੋਲ ਤਿੱਖੇ ਨੌ ਸੀਗੇ ਜਿਨ੍ਹਾਂ ਦੇ ਨਾਲ ਉਹ ਸ਼ਿਕਾਰ ਕਰ ਸਕੇ, ਨਾ ਉਹਨਾਂ ਦੇ ਨਾਲ ਲੰਬੇ ਤਿੱਖੇ ਦੰਦ ਸੀ ਜਿਨ੍ਹਾਂ ਦੇ ਨਾਲ ਉਹ ਸ਼ਿਕਾਰ ਕਰ ਸਕਦਾ, ਨਾ ਉਹਦੇ ਕੋਲ ਕੋਈ ਜ਼ਹਿਰੀਲੇ, ਜਿਹਨੂੰ ਆਪਾਂ ਕਹਿੰਦੇ ਹਾਂ ਡੰਗ ਸੀਗਾ, ਜੋ ਕਿ ਸੱਪਾਂ ਕੋਲ ਸੀ, ਉਹ ਇਹਦੇ ਕੋਲ ਨਹੀਂ ਸੀ। ਉਸ ਵਕਤ ਦੇ ਜਿੰਨੇ ਵੀ ਜਾਨਵਰ ਸੀ ਇਹਦੇ ਨਾਲੋਂ ਜ਼ਿਆਦਾ ਪਾਵਰਫੁਲ ਸੀ, ਇਹਦੇ ਨਾਲੋਂ ਜ਼ਿਆਦਾ ਜ਼ਹਿਰੀਲੇ ਸੀ, ਇਹਦੇ ਨਾਲੋਂ ਜ਼ਿਆਦਾ ਤੇਜ਼ ਭੱਜਣ ਵਾਲੇ ਸੀਗੇ। ਇਸ ਕਰਕੇ ਆਪਣੇ ਬਚਾਅ ਵਾਸਤੇ ਕੁਝ ਵੀ ਨਹੀਂ ਕਰ ਸਕਦਾ ਸੀਗਾ। ਜ਼ਰੂਰੀ ਗੱਲ ਹੈ, ਜੇ ਇਹਦੇ ਸਾਹਮਣੇ, ਸ਼ੇਰ ਦੇ ਸਾਹਮਣੇ ਆ ਗਿਆ ਤਾਂ ਇਹਨੇ ਸ਼ੇਰ ਦਾ ਸ਼ਿਕਾਰ ਬਣਨਾ ਹੀ ਬਣਨਾ ਹੈ, ਇਹ ਉਸ ਤੋਂ ਭੱਜ ਨਹੀਂ ਸਕਦਾ ਸੀਗਾ। ਜੇ ਜ਼ਹਿਰੀਲਾ ਫਨੀਅਰ ਨਾਗ ਇਹਦੇ ਸਾਹਮਣੇ ਕਿਤੇ ਆ ਗਿਆ ਤਾਂ ਉਹਦੇ ਜ਼ਹਿਰ ਨੂੰ ਸਹਾਰਨ ਦਾ ਜਾਂ ਉਹਨੂੰ ਕਾਊਂਟਰ ਕਰਨ ਲਈ, ਉਸ ਤੋਂ ਭੱਜਣ ਲਈ, ਬਚਣ ਲਈ ਇਹਦੇ ਕੋਲ ਕੋਈ ਸਹਾਰਾ, ਕੋਈ ਰਸਤਾ ਨਹੀਂ ਸੀਗਾ, ਕਿਉਂਕਿ ਉਸ ਵਕਤ ਦੇ ਸਾਰੇ ਵਾਈਲਡ ਐਨੀਮਲਸ ਇਹਦੇ ਨਾਲੋਂ ਤੇਜ਼ ਔਰ ਇਹਦੇ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਸੀ। ਫਿਰ ਵੀ ਅਸੀਂ ਦੇਖਿਆ ਕਿ ਇਹਨਾਂ ਸਾਰੇ ਜਿੰਨੇ ਵੀ ਜੰਗਲੀ ਜਾਨਵਰ ਸੀ ਉਹਨਾਂ ਦਾ ਸਾਹਮਣਾ ਕਰਦੇ ਹੋਏ ਸੰਤਾ ਕਿਵੇਂ ਬਚ ਗਿਆ, ਸੈਂਟਾ ਕਿਵੇਂ ਸਰਵਾਈਵ ਕਰ ਗਿਆ, ਔਰ ਸਿਰਫ ਸਰਵਾਈਵ ਹੀ ਨਹੀਂ ਕੀਤਾ, ਇਹਨੇ ਆਪਣੇ ਆਪ ਨੂੰ ਮਲਟੀਪਲਾਈ ਕਰਨਾ ਸ਼ੁਰੂ ਕਰ ਦਿੱਤਾ। ਇਹਦੀ ਔਲਾਦ ਜਿਹੜੀ ਹੈ ਉਹ ਵੀ ਸਰਵਾਈਵ ਕੀਤੀ, ਜਗ੍ਹਾ ਜਗ੍ਹਾ ਤੇ ਜਾ ਕੇ ਇਹਨੇ ਆਪਣੇ ਰਹਿਣ ਬਸੇਰੇ ਬਣਾਏ, ਜਗ੍ਹਾ ਜਗ੍ਹਾ ਤੇ ਜਾ ਕੇ ਇਹਨੇ ਆਪਣੀ ਔਲਾਦ ਦੇ, ਆਪਣੇ ਪੋਤੇ ਪੜਪੋਤੇ ਜਿੰਨੇ ਵੀ ਸੀ, ਉਹਨਾਂ ਨੂੰ ਸਿਰਫ ਉੱਥੇ ਜਾ ਕੇ ਵਸਾਇਆ ਹੀ ਨਹੀਂ, ਉਹਨਾਂ ਨੂੰ ਵੀ ਉਨਾ ਹੀ ਸક્ષਮ ਬਣਾ ਦਿੱਤਾ ਤਾਂ ਕਿ ਉਹ ਵੀ ਇਹ ਸਾਰੇ ਜੰਗਲੀ ਜੀਵਾਂ ਤੋਂ, ਜਾਨਵਰਾਂ ਤੋਂ ਆਪਣੇ ਆਪ ਨੂੰ ਬਚਾ ਸਕਣ। ਔਰ ਇਸ ਸਰਵਾਈਵਲ ਦਾ ਜਿਹੜਾ ਕਾਰਨ ਸੀਗਾ, ਉਹ ਕਾਰਨ ਦਾ ਇੱਕ ਮੂਲ ਜਿਹੜਾ ਇਹਦੇ ਕੋਲ ਇੱਕ ਬਹੁਤ ਵਧੀਆ the implement which we had, the tool which he had was fight or flight symptom। ਇਹਦੇ ਦਿਮਾਗ ਦੀ ਇਸ ਤਰੀਕੇ ਦੀ ਪ੍ਰੋਗਰਾਮਿੰਗ ਹੋ ਗਈ, ਇਹਦੇ ਦਿਮਾਗ ਦੇ ਵਿੱਚ ਇਸ ਤਰੀਕੇ ਦੇ ਹਾਰਮੋਨਸ ਦੀ ਸਿਕ੍ਰੀਸ਼ਨ ਹੋਣੀ ਸ਼ੁਰੂ ਹੋ ਗਈ, ਇਹਨੂੰ ਕੋਈ ਵੀ ਥੋੜਾ ਜਿਹਾ ਵੀ ਕਿਤੇ ਹਲਕਾ ਜਿਹਾ ਵੀ ਖਤਰਾ ਨਜ਼ਰ ਆਂਦਾ ਤਾਂ ਇਸ ਖਤਰੇ ਨੂੰ ਇਹ ਇਮੇਜਿਨ ਕਰ ਸਕਦਾ ਸੀਗਾ, ਇਸ ਖਤਰੇ ਨੂੰ ਇਹ ਇੱਕ ਫੋਰਸੀ ਕਰ ਸਕਦਾ ਸੀਗਾ, ਉਹਨੂੰ ਦੇਖ ਸਕਦਾ ਸੀਗਾ, ਉਹਨੂੰ ਖਿਆਲ ਵਿੱਚ ਬਣਾ ਕੇ ਦੇਖ ਸਕਦਾ ਸੀ, ਔਰ ਦੇਖ ਕੇ ਉਹ ਸੋਚ ਕੇ ਉਹਦੀ ਬਾਡੀ ਦੇ ਵਿੱਚ ਆਪਣੇ ਆਪ ਕੁਦਰਤੀ ਤੌਰ ਤੇ ਇਹੋ ਜਿਹੇ ਹਾਰਮੋਨਸ ਸਿਕ੍ਰੀਟ ਹੋ ਜਾਂਦੇ ਜੋ ਕਿ ਇਹਦੇ ਵਿੱਚ ਖੂਬ ਢੇਰ ਸਾਰੀ ਸ਼ਕਤੀ ਥੋੜੀ ਦੇਰ ਵਾਸਤੇ, ਕੁਝ ਸੈਕਿੰਡਸ ਵਾਸਤੇ ਜਾਂ ਕੁਝ ਮਿੰਟਾਂ ਵਾਸਤੇ ਪੈਦਾ ਕਰ ਦਿੰਦੇ, ਔਰ ਉਨੀ ਥੋੜੀ ਸ਼ਕਤੀ, ਉਨੀ ਥੋੜੀ ਦੇਰ ਵਾਸਤੇ ਜੋ ਇੱਕਦਮ ਊਰਜਾ ਉਹਦੇ ਵਿੱਚ ਪੈਦਾ ਹੋਈ ਹੈ, ਉਹ ਜਾਂ ਤਾਂ ਉਸ ਸਾਹਮਣੇ ਆਏ ਜਿਹੜਾ ਵੀ ਕੋਈ ਜਾਨਵਰ ਹੈ ਉਹਦੇ ਨਾਲ ਲੜਾਈ ਕਰ ਸਕਦਾ, ਜਾਂ ਉਹਦੇ ਨਾਲੋਂ ਵੀ ਚੰਗਾ ਮੈਦਾਨ ਛੱਡ ਕੇ ਭੱਜ ਜਾਏ ਕਿਸੇ ਵੀ ਤਰੀਕੇ ਨਾਲ। ਇਹਨੂੰ ਅਸੀਂ ਫਾਈਟ ਔਰ ਫਲਾਈਟ ਸਿੰਡਰੋਮ ਕਹਿੰਦੇ ਆ, ਇਹਨੂੰ ਅਸੀਂ ਸਿੰਪੈਥੈਟਿਕ ਸਿਸਟਮ ਕਹਿੰਦੇ ਆ, ਔਰ ਇਹ ਸਾਡੇ ਬਾਡੀ ਦੇ ਵਿੱਚ ਅੱਜ ਵੀ ਉਸ ਤਰ੍ਹਾਂ ਹੀ ਕੰਮ ਕਰਦਾ ਹੈ ਜਿਸ ਤਰ੍ਹਾਂ ਕਿ ਉਹ ਸਾਡੇ ਪੁਰਖੇ ਜਿਹੜੇ ਕਿ 35-40 ਲੱਖ ਸਾਲ ਪਹਿਲਾਂ ਸਾਡੇ ਜੰਗਲਾਂ ਵਿੱਚ ਰਹਿੰਦੇ ਸੀਗੇ, ਜੰਗਲੀ ਜਾਨਵਰਾਂ ਨਾਲ ਉਹਨਾਂ ਦਾ ਵਾਹ ਪੈਂਦਾ ਸੀਗਾ, ਉਹਨਾਂ ਦੀ ਜ਼ਰੂਰਤ ਸੀ ਉਸ ਵੇਲੇ, ਉਹਨਾਂ ਦੀ ਜਾਨ ਬਚਾਉਣ ਵਾਸਤੇ, ਉਹਨਾਂ ਦੀ ਸਰਵਾਈਵਲ ਵਾਸਤੇ ਇੱਕ ਉਸ ਵਕਤ ਦਾ ਬਹੁਤ ਵੱਡਾ ਟੂਲ ਸੀ ਫਾਈਟ ਔਰ ਫਲਾਈਟ ਸਿੰਪਟਮ, ਜਿਹਦੇ ਨਾਲ ਉਹ ਢੇਰ ਸਾਰੀ ਊਰਜਾ ਪੈਦਾ ਕਰਨ ਲਈ ਉਹਦੇ ਦਿਲ ਦੀ ਧੜਕਨ ਤੇਜ਼ ਹੋ ਜਾਏ, ਹਾਰਟ ਬੀਟ ਉਹਦੀ ਵੱਧ ਜਾਏ, ਉਹਦਾ ਬਰੀਥਿੰਗ ਰੇਟ ਵੱਧ ਜਾਏ, ਸਾਹ ਉਹਦਾ ਫੁੱਲ ਜਾਏ, ਬਲੱਡ ਪ੍ਰੈਸ਼ਰ ਉਹਦਾ ਵੱਧ ਜਾਏ ਇੱਕਦਮ, ਤਾਂ ਕਿ ਸਾਰੇ ਕਿਤੇ ਬਲੱਡ ਪਹੁੰਚ ਜਾਏ, ਸਰਕੂਲੇਸ਼ਨ ਹੋ ਜਾਏ, ਔਰ ਢੇਰ ਸਾਰੀ ਉਸ ਵੇਲੇ ਊਰਜਾ ਪੈਦਾ ਹੋ ਜਾਏ। ਉਸ ਊਰਜਾ ਨਾਲ ਉਹ ਕੁਝ क्षणों ਵਾਸਤੇ ਜਾਂ ਤਾਂ ਉਥੋਂ ਦੀ ਤਿੱਤਰ ਹੋ ਜਾਏ, ਜਾਂ ਜੇ ਕੋਈ ਛੋਟਾ ਮੋਟਾ ਜਾਨਵਰ ਹੈਗਾ ਤਾਂ ਉਹਦੇ ਨਾਲ ਲੜਾਈ ਕਰਕੇ ਉਹਨੂੰ ਪਰਾਜਿਤ ਕਰਕੇ ਉਥੋਂ ਦੀ ਨਿਕਲ ਸਕੇ। ਜੇ ਕੋਈ ਸੱਪ ਸਲੂੰਗਾ ਆ ਗਿਆ ਤਾਂ ਉਹਦੇ ਨਾਲ ਲੜਨ ਦੀ ਥਾਂ ਤੇ ਜੇ ਕੋਈ ਹੱਥ ਕੋਈ ਛੋਟੀ ਡੰਡਾ ਹੈਗਾ ਤਾਂ ਲੜਾਈ ਵੀ ਕਰ ਸਕਦਾ ਹੈ, ਔਰ ਨਹੀਂ ਤਾਂ ਉਥੋਂ ਦੀ ਭੱਜ ਸਕਦਾ ਹੈ। This was the basic instinct which was there in human beings, and that instinct was responsible for making human beings to survive over there. This is what someone has said in the chat box also. Adrenaline hormone is secreted,
it's not only adrenaline. There are so many other, cortisol is there, adrenaline is there, number of hormones are there which are secreted. Those are called stress hormones. और ਇਹ ਹਾਰਮੋਨ ਸਾਨੂੰ ਇਹ ਬਿਲਕੁਲ ਠੀਕ ਹੈ ਗੱਲ, adrenaline is also one of the basic hormone apart from other hormones. ਔਰ ਇਹ ਜਿਹੜੇ ਹਾਰਮੋਨ ਹੈ ਸਾਡਾ, ਇਹ ਸਾਡੇ ਬੋਡੀ ਨੂੰ ਇੱਕਦਮ ਸક્ષਮ ਬਣਾਉਂਦਾ ਹੈ। ਪਰ ਪ੍ਰੋਬਲਮ ਇਹ ਹੈਗੀ ਹੈ ਕਿ ਜੇ ਥ੍ਰੈਟ ਰੀਅਲ ਹੈ ਫਿਰ ਤਾਂ ਐਡਰੇਨਲਿਨ ਸਾਡੀ ਬੋਡੀ 'ਚ ਆਇਆ ਔਰ ਅਸੀਂ ਉਹਨੂੰ ਕਾਊਂਟਰ ਕਰ ਲਿਆ। ਔਰ ਜੇ ਇਹ ਥ੍ਰੈਟ ਨੈਗੇਟਿਵ, ਜਿਹਨੂੰ ਅਸੀਂ ਕਹਿੰਦੇ ਆ ਫਾਲਸ ਪੋਜ਼ਿਟਿਵ ਹੈ, ਮਤਲਬ ਇੱਕ ਇਮੇਜਿਨਡ ਥ੍ਰੈਟ ਹੈ, ਇੱਕ ਪਰਸੀਵਡ ਥ੍ਰੈਟ ਹੈ, ਇੱਕ ਇਹੋ ਜਿਹਾ ਥ੍ਰੈਟ ਹੈ ਜਿਹੜਾ ਹੈ ਨਹੀਂ ਪਰ ਅਸੀਂ ਮੰਨ ਲਿਆ, ਤਾਂ ਵੀ ਸਾਡੀ ਬੋਡੀ ਦੇ ਵਿੱਚ ਇੰਜ ਹੀ ਐਂਜ਼ਾਈਟੀ ਪੈਦਾ ਹੋਏਗੀ, ਇੰਜ ਹੀ ਬਲੱਡ ਪ੍ਰੈਸ਼ਰ ਉਹਦਾ ਵਧੇਗਾ, ਇੰਜ ਹੀ ਸਾਡਾ ਸਾਹ ਫੁੱਲੇਗਾ, ਇੰਜ ਹੀ ਸਾਡੀ ਹਾਰਟ ਰੇਟ ਇੱਕਦਮ ਤੇਜ਼ ਹੋ ਜਾਏਗੀ, ਜਿਵੇਂ ਕਿ ਇੱਕ ਸੱਚੀ ਮੁੱਚੀ ਦਾ ਇੱਕ ਰੀਅਲ ਥ੍ਰੈਟ ਸਾਡੇ ਸਾਹਮਣੇ ਕੋਈ ਬਹੁਤ ਵੱਡਾ ਜ਼ਹਿਰੀਲਾ ਸੱਪ ਆ ਗਿਆ, ਜਾਂ ਕੋਈ ਇੱਕ ਸ਼ੇਰ ਆ ਗਿਆ, ਜਾਂ ਚੀਤਾ ਆ ਗਿਆ, ਜਾਂ ਹੋਰ ਕੋਈ ਖੂਨਖਾਰ ਜਾਨਵਰ ਸਾਡੇ ਸਾਹਮਣੇ, ਕੋਈ ਭਾਲੂ ਆ ਗਿਆ, ਉਹ ਲੱਗ ਰਿਹਾ ਸਾਨੂੰ ਆ ਕੇ ਸਾਡੇ ਤੇ ਅਟੈਕ ਕਰਨ ਲੱਗਿਆ, ਔਰ ਉਸ ਵੇਲੇ ਅਸੀਂ ਆਪਣੀ ਕਿਵੇਂ ਜਾਨ ਬਚਾਣੀ ਹੈ, ਉਹਨੂੰ ਅਸੀਂ ਕਹਿੰਦੇ ਆ ਫਲਾਈਟ ਔਰ ਫਾਈਟ ਸਿੰਡਰੋਮ। ਇਸ ਤੋਂ ਸਿਵਾ ਹੋਰ ਵੀ ਕਈ ਕਾਰਨ ਸੀ ਜਿਨੇ ਕਿ ਸਾਨੂੰ ਸਰਵਾਈਵ ਕਰਨ ਲਈ ਕਾਫੀ ਹੈਲਪ ਕੀਤੀ, ਔਰ ਉਹਨਾਂ ਵਿੱਚੋਂ ਸੀਗਾ ਥੰਬ, ਅੰਗੂਠਾ। ਅੰਗੂਠਾ ਇਹ ਹੈਗਾ, ਇਟਸ ਯੂਜ਼ਡ ਫॉर ਪਿਕਿੰਗ ਦ ਥਿੰਗਸ, ਇਟ ਯੂਜ਼ਡ ਫॉर ਹੋਲਡਿੰਗ ਦ ਥਿੰਗਸ। ਐਂਡ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਉਹ ਹੈਗੀ ਹੈ ਕੈਪੇਬਿਲਿਟੀ ਟੂ ਥਿੰਕ। ਕੱਲ ਕੀ ਹੋਇਆ ਉਸ ਤੋਂ ਅਸੀਂ ਸਬਕ ਲਿਆ, ਉਸ ਨੂੰ ਅਸੀਂ ਐਨਾਲਾਈਜ਼ ਕੀਤਾ, ਉਸ ਨੂੰ ਅਸੀਂ ਸੋਚਿਆ, ਔਰ ਉਹਨੂੰ ਅਸੀਂ ਫਿਊਚਰ ਵਿੱਚ ਪ੍ਰੋਜੈਕਟ ਕੀਤਾ ਕਿ ਜੇ ਮੇਰੇ ਨਾਲ ਇਹ ਚੀਜ਼ ਦੁਬਾਰਾ ਹੁੰਦੀ ਹੈ ਤਾਂ ਮੈਂ ਕੀ ਕਰਨਾ ਹੈ। ਆਪਣਾ ਇੱਕ ਵਾਰੀ ਮੈਂ ਉੱਥੋਂ ਦੀ ਜਾਨ ਬਚਾ ਕੇ ਭੱਜ ਗਿਆ, ਮੈਂ ਉਹ ਚੀਜ਼ ਸਿੱਖੀ, ਔਰ ਮੈਂ ਉਹ ਚੀਜ਼ ਸਿਰਫ ਆਪਣੇ ਲਈ ਨਹੀਂ ਸਿੱਖੀ, ਮੈਂ ਆਪਣੇ ਬਾਕੀ ਸਾਥੀਆਂ ਨੂੰ ਵੀ ਆ ਕੇ ਕਿਹਾ ਕਿ ਫਲਾਣੀ ਥਾਂ ਤੇ ਮੇਰੇ ਨਾਲ ਇਹ ਹੋਇਆ ਸੀਗਾ ਔਰ ਉਹਦੇ ਨਾਲ ਮੈਂ ਇਸ ਤਰ੍ਹਾਂ ਬਚਿਆ। ਮੈਂ ਤਾਂ ਕਿਸੇ ਤਰੀਕੇ ਨਾਲ ਬਚ ਗਿਆ, ਪਰ ਤੁਸੀਂ ਕੋਸ਼ਿਸ਼ ਕਰੋ ਉੱਥੇ ਜਾਣ ਤੋਂ ਪਹਿਲਾਂ ਇਹ ਸਾਰੇ ਇhtiyat ਦੀ ਵਰਤੋਂ ਕਰ ਲਓ। ਉਹ ਆਪਣੀ ਨੌਲੇਜ ਜਿਹੜੀ ਹੈ ਉਹਨੂੰ ਕਿਸੇ ਤਰੀਕੇ ਨਾਲ ਦੂਜੇ ਸਾਰੇ ਵਿਅਕਤੀਆਂ ਨੂੰ ਕਨਵੇ ਕਰਨਾ। ਜਿਹੜਾ ਗਿਆਨ ਹੈ ਅਸੀਂ ਆਪਣੇ ਨਿੱਜੀ ਤਜਰਬੇ ਤੋਂ ਲਿਆ, ਉਹ ਗਿਆਨ ਕੇਵਲ ਆਪਣੇ ਆਪ ਆਪਣੇ ਕੋਲ ਨਹੀਂ ਰੱਖਣਾ, ਬਟ ਉਹ ਗਿਆਨ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਸਾਥੀਆਂ ਨੂੰ ਅੱਗੇ ਪਾਸ ਔਨ ਕਰ ਦੇਣਾ, ਜਨਰੇਸ਼ਨ ਟੂ ਜਨਰੇਸ਼ਨ ਕਰ ਦੇਣਾ। ਇਹ ਸਿਰਫ ਹਿਊਮਨ ਬੀਇੰਗਸ ਕੋਲ ਹੀ ਹੈ। ਬਾਂਦਰ ਕਦੀ ਨਹੀਂ ਕਹਾਣੀ ਸੁਣਾ ਸਕਦੇ, ਸ਼ੇਰ ਨਹੀਂ ਕਹਾਣੀ ਸੁਣਾਏਗਾ ਆਪਣੇ ਬੱਚਿਆਂ ਨੂੰ। ਇਹ ਹਿਊਮਨ ਬੀਇੰਗਸ ਦੀਆਂ ਜਿਹੜੀਆਂ ਗੱਲਾਂ ਸੁਣਾ ਕੇ, ਸ਼ਬਦ ਦਾ ਜਿਹੜਾ ਗਿਆਨ ਹੈ, ਅਸੀਂ ਜੋ ਬਾਰ-ਬਾਰ ਕਹਿ ਰਹੇ ਹਾਂ, ਸਾਡੇ ਗੁਰੂ ਸ਼ਬਦ ਹੈ, ਸ਼ਬਦ ਤੋਂ ਹੀ ਸਾਨੂੰ ਗਿਆਨ ਮਿਲਦਾ। ਜੇ ਸ਼ਬਦ ਨਾ ਹੋਣ, ਇਸ ਵੇਲੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਆਈ ਐਮ ਕਨਵੇਇੰਗ ਇਟ ਥਰੂ ਵਰਡਸ। ਇਹ ਮੀਡੀਅਮ ਸਾਡਾ ਪੇਪਰ ਹੋ ਸਕਦਾ ਹੈ, ਮੀਡੀਅਮ ਸਾਡਾ PDF ਫਾਈਲ ਹੋ ਸਕਦੀ ਹੈ, ਮੀਡੀਅਮ ਸਾਡਾ PPT ਹੋ ਸਕਦੀ ਹੈ, ਮੀਡੀਅਮ ਟਰਾਂਸਮਿਟ ਕਰਨ ਦਾ ਇਸ ਵੇਲੇ ਜਿਵੇਂ ਜ਼ੂਮ ਚੱਲ ਰਿਹਾ ਹੈ ਉਹ ਹੋ ਸਕਦਾ ਹੈ, ਜਾਂ ਸਿੰਪਲ ਮੀਡੀਅਮ ਬੁੱਕਸ ਆਰ ਦਾ ਮੀਡੀਅਮ ਜਿਹਦੇ ਉੱਤੇ ਸ਼ਬਦ ਲਿਖੇ ਹੋਏ ਹੈ, ਔਰ ਉਹ ਜਨਰੇਸ਼ਨ ਟੂ ਜਨਰੇਸ਼ਨ ਚਲਦੀ ਆ ਰਹੀ ਹੈ। ਉਹ ਗਿਆਨ ਜੋ ਹੈ, ਸ਼ਬਦ ਦਾ ਗਿਆਨ, ਕਾਗਜ਼ ਦੇ ਉੱਤੇ ਲਿਖੇ ਸ਼ਬਦਾਂ ਦਾ, ਕਿਤਾਬ ਦੀ ਫਾਰਮ ਵਿੱਚ ਜਾਂ ਕਿਸੇ ਵੀ ਫਾਰਮ ਵਿੱਚ, ਅੱਜ ਕੱਲ ਤਾਂ ਹੋਰ ਬਹੁਤ ਤਰੀਕੇ ਆ ਗਏ, ਉਹ ਸ਼ਬਦ ਅੱਗੇ ਜਾ ਰਹੇ ਹੈ, ਜਨਰੇਸ਼ਨ ਟੂ ਜਨਰੇਸ਼ਨ ਜਾ ਰਹੇ ਹੈ। ਇਹ ਹੀ ਇੱਕ ਸਭ ਤੋਂ ਵੱਡਾ ਕਾਰਨ ਹੈ। ਜੇ ਸ਼ਬਦ ਨਾ ਹੁੰਦੇ, ਜੇ ਅਕਸ਼ਰ ਨਾ ਹੁੰਦੇ, ਜੇ ਗਿਆਨ ਨਾ ਹੁੰਦਾ, ਜੇ ਤਜਰਬਾ ਅੱਗੇ ਪਾਸ ਕਰਨ ਦਾ ਕੋਈ ਤਰੀਕਾ ਨਾ ਹੁੰਦਾ, ਤਾਂ ਸਾਡੇ ਪੁਰਖਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਉਹੀ ਅਸੀਂ ਕਰਦੇ। ਔਰ ਅੱਜ ਪੂਰੀ ਦੁਨੀਆ ਤੇ ਜੇ ਸਾਡਾ ਪੂਰੀ ਮਨੁੱਖ ਦਾ ਜੇ ਰਾਜ ਹੈਗਾ, ਪੂਰੀ ਤਰੀਕੇ ਨਾਲ ਇਹਨੇ ਡੋਮੀਨੇਟ ਕਰ ਲਿਆ ਹੈ, ਉਹ ਇਹੀ ਕਾਰਨ ਹੈ ਕਿ ਇਹਦੇ ਕੋਲ ਅੱਖਰ ਦਾ ਗਿਆਨ ਹੈ, ਇਹਦੇ ਕੋਲ ਸ਼ਬਦ ਦਾ ਗਿਆਨ ਹੈ, ਇਹਦੇ ਕੋਲ ਇੱਕ ਸੋਝੀ ਹੈ, ਇਹਦੇ ਕੋਲ ਇੱਕ ਦਿਮਾਗ ਹੈ, ਇਹਦੇ ਕੋਲ ਇੱਕ ਚੀਜ਼ਾਂ ਨੂੰ ਇਮੇਜਿਨ ਕਰਨ ਦੀ ਕੈਪੇਬਿਲਿਟੀ ਹੈ, ਜੋ ਕਿ ਇੱਕ ਬਾਂਦਰ ਕੋਲ ਜਾਂ ਮੱਝ ਕੋਲ ਜਾਂ ਪਰਿੰਦੇ ਕੋਲ ਜਾਂ ਸੱਪ ਕੋਲ ਜਾਂ ਕਿਸੇ ਵੀ ਹੋਰ ਜਾਨਵਰ ਕੋਲ ਨਹੀਂ ਹੈ। ਭਾਵੇਂ ਕਿ ਉਹ ਸਾਡੇ ਤੋਂ ਜ਼ਿਆਦਾ ਪਾਵਰਫੁਲ ਹੈ, ਫਾਸਟ ਹੈ, ਜ਼ਹਿਰੀਲੇ ਹੈ, ਪਰ ਫਿਰ ਵੀ ਉਹ ਸਾਡੇ ਅਧੀਨ ਹੈ, ਅਸੀਂ ਉਹਨਾਂ ਦੇ ਅਧੀਨ ਨਹੀਂ ਆ। ਦਿਸ ਇਜ਼ ਵਾਟ ਮੇਕਸ ਅਸ ਸਰਵਾਈਵ। ਐਂਡ ਹੈਵਿੰਗ ਸੈਡ ਦਿਸ, ਉਹ ਸਾਡੇ ਸਰਵਾਈਵਲ ਦੇ ਨਾਲ ਜਿੱਥੇ ਕਿ ਸਾਡੇ ਗਿਣਤੀ ਨੂੰ, ਸਾਡੀ ਜਨ ਗਿਣਤੀ ਨੂੰ, ਜਨਗਣਨਾ ਨੂੰ ਵਧਾ ਰਹੇ ਹੈ, ਉਹ ਸਾਡਾ ਇੱਕ ਬਹੁਤ ਵੱਡਾ
ਸਾਡੇ ਲਈ ਟਰਬਲ ਦਾ ਸੋਰਸ ਵੀ ਇਹੀ ਹੈ ਕਿ ਅਸੀਂ ਸੋਚ ਸਕਦੇ ਹਾਂ, ਔਰ ਜਿਸ ਤਰੀਕੇ ਨਾਲ ਸਾਡੀ ਸੋਚ ਹੈ, ਉਹ ਸੋਚ ਜਿਹੜੀ ਕਿ 35 ਲੱਖ ਸਾਲ ਪਹਿਲਾਂ ਜੋ ਉਸ ਵੇਲੇ ਐਪਲੀਕੇਬਲ ਸੀ, ਜੋ ਉਸ ਵਕਤ ਦੀ ਜ਼ਰੂਰਤ ਸੀ, ਉਹ ਸਾਡੀ ਅੱਜ ਦੀ ਜ਼ਰੂਰਤ ਨਹੀਂ ਹੈ। ਪਰ ਫਿਰ ਵੀ ਸਾਡੇ ਸੋਚਣ ਦਾ ਤਰੀਕਾ ਜਿਹੜਾ ਹੈ ਉਹ ਅਜੇ ਵੀ ਨਹੀਂ ਬਦਲਿਆ। ਸਾਡੀਆਂ ਹਰਕਤਾਂ ਅਜੇ ਵੀ ਪਸ਼ੂ ਵਰਗੀਆਂ ਹੀ ਹੈ। ਸਾਨੂੰ ਇੰਝ ਹੀ ਲੱਗ ਰਿਹਾ ਹੈ ਕਿ ਅਸੀਂ ਵੀ ਆਸ-ਪਾਸ ਦੇ ਸਾਰੇ ਪਸ਼ੂਆਂ ਨਾਲ ਹੀ ਡੀਲ ਕਰ ਰਹੇ ਹਾਂ। ਸਾਨੂੰ ਅਜੇ ਵੀ ਲੱਗ ਰਿਹਾ ਹੈ ਕਿ ਸਾਨੂੰ ਸੱਪਾਂ ਨਾਲ ਲੜਨਾ ਹੈ, ਸਾਨੂੰ ਅਜੇ ਵੀ ਲੱਗ ਰਿਹਾ ਕਿ ਸਾਨੂੰ ਸ਼ੇਰਾਂ ਨਾਲ ਲੜਨਾ ਹੈ, ਸਾਨੂੰ ਅਜੇ ਵੀ ਲੱਗ ਰਿਹਾ ਕਿ ਅਸੀਂ ਪਤਾ ਨਹੀਂ ਜਿਵੇਂ ਖੂਨਖਾਰ ਜਾਨਵਰਾਂ ਦੇ ਵਿੱਚ ਘਿਰੇ ਹੋਏ ਆ। ਚੀਜ਼ਾਂ ਬਦਲ ਗਈਆਂ ਪਰ ਸਾਡੀ ਸੋਚ ਅਜੇ ਵੀ ਨਹੀਂ ਬਦਲੀ। ਉਹਦਾ ਕਾਰਨ ਕੀ ਹੈ? ਥੋੜਾ ਜਿਹਾ ਟਾਈਮ ਲਗਾ ਕੇ ਅਸੀਂ ਇਹਨੂੰ ਵੀ ਸਮਝ ਲਈਏ। ਆਈ ਹੋਪ ਤੁਸੀਂ ਸਾਰੇ ਇਸ ਲੈਵਲ ਤੇ ਬੱਚੇ ਹੈਗੇ ਹੋ, ਤੁਹਾਨੂੰ ਇਹ ਸਾਰੀਆਂ ਗੱਲਾਂ ਠੀਕ ਤਰੀਕੇ ਨਾਲ ਸਿੰਪਲ ਲਫ਼ਜ਼ਾਂ ਵਿੱਚ ਹੁਣ ਤੱਕ ਸਮਝ ਆ ਰਹੀਆਂ ਹੋਣਗੀਆਂ। ਜੋ ਸੋਚਣ ਦੀ ਸ਼ਕਤੀ ਹੈ, ਇਹਦਾ ਅਸੀਂ ਅਕਸਰ ਸਦ ਉਪਯੋਗ ਘੱਟ ਕਰਦੇ ਹਾਂ ਔਰ ਇਹਦਾ ਦੁਰਉਪਯੋਗ ਜ਼ਿਆਦਾ ਕਰਦੇ ਹੈਗੇ ਆ। ਔਰ ਉਹ ਦੁਰਉਪਯੋਗ ਕਰਕੇ ਅਸੀਂ ਸੋਚਣ ਦੀ ਸ਼ਕਤੀ ਨੂੰ ਕਹਿੰਦੇ ਹਾਂ ਕਿ ਦਿਸ ਇਜ਼ ਦ ਥਿੰਕਿੰਗ ਡਿਜ਼ੀਜ਼। ਇਹ ਸਾਡੇ ਲਈ ਇੱਕ ਬਿਮਾਰੀ ਬਣ ਗਈ ਹੈ। ਇਹ ਸੋਚਣ ਦੀ ਸਾਨੂੰ ਬਿਮਾਰੀ ਲੱਗ ਗਈ ਹੈ। ਔਰ ਇਹ ਸੋਚਣ ਦੀ ਬਿਮਾਰੀ ਕੀ ਹੈ, ਇਹਨੂੰ ਵੀ ਅਸੀਂ ਥੋੜਾ ਜਿਹਾ ਸਮਝ ਲਈਏ ਕਿ ਸੋਚਣ ਦੀ ਬਿਮਾਰੀ ਸਾਡੀ ਕੀ ਹੈ ਔਰ ਇਹਨੂੰ ਕਿਸ ਤਰੀਕੇ ਨਾਲ ਵੀ ਹੈਵ ਟੂ ਓਵਰਕਮ ਦਿਸ ਡਿਜ਼ੀਜ਼ ਐਜ਼ ਵੈਲ। ਮੈਂ ਚੈਟ ਦੇ ਵਿੱਚ ਵੀ ਨਾਲ ਨਜ਼ਰ ਰੱਖ ਰਿਹਾ, ਪਰ ਹੋ ਸਕਦਾ ਮੈਂ ਸਾਰੇ ਕੁਐਸਚਨਸ ਚੈਟ ਦੇ ਇੱਕਦਮ ਤੁਹਾਡੇ ਨਾਲ ਲੈ ਪਾਵਾਂ। I will be giving you time in between to type the questions on the chat and ask me questions, or even to unmute yourself and ask the questions in between. But ਮੈਨੂੰ ਇੱਕ ਫੇਜ਼ ਖਤਮ ਕਰ ਲੈਣ ਦਿਓ, ਉਸ ਤੋਂ ਬਾਅਦ I will give you a break to ask questions. ਇਹ ਹੋਇਆ ਇਸ ਤਰ੍ਹਾਂ ਕਿ ਸਾਡੇ ਨਾਲ ਜੋ ਵੀ ਕੁਝ ਪੁਰਾਣਾ ਹੋਇਆ, ਜਾਂ ਉਹ ਕੁਝ ਸੁਖਦ ਸੀ ਜਾਂ ਉਹ ਕੁਝ ਦੁਖਦ ਸੀ। It was either pleasurable or it was painful. ਔਰ ਅਸੀਂ ਹੁਣ ਚਾਹੁੰਦੇ ਹਾਂ ਕਿ ਅੱਗੇ ਆਉਣ ਵਾਲੇ ਟਾਈਮ ਵਿੱਚ ਜਿਹੜਾ ਪੇਨਫੁਲ ਐਕਸਪੀਰੀਅੰਸ ਹੈ ਸਾਡਾ, ਦੁਖਦ ਵਾਲੇ ਜਿਹੜੀਆਂ ਸਾਡੇ ਨਾਲ ਘਟਨਾਵਾਂ ਘਟੀਆਂ, ਉਹ ਘੱਟ ਤੋਂ ਘੱਟ ਹੋ ਜਾਣ ਔਰ ਸੁਖਦ ਵਾਲੀਆਂ ਜ਼ਿਆਦਾ ਤੋਂ ਜ਼ਿਆਦਾ ਹੋਣ। ਮਿਨੀਮਮ ਪੇਨ ਮੈਕਸਿਮਮ ਪਲੇਜ਼ਰ, ਇਹ ਸਾਡੀ ਹੁਣ ਅੱਜ ਦੀ ਡੇਟ ਵਿੱਚ ਸਾਡੀ ਰਿਕੁਆਇਰਮੈਂਟ ਹੈ। ਅਸੀਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਬਣਾਉਣਾ ਸ਼ੁਰੂ ਕਰ ਦਿੱਤਾ। ਇਸੇ ਕਾਰਨ ਕਰਕੇ ਅਸੀਂ ਬਹੁਤ ਵੱਡਾ ਇੱਕ ਨੈਗੇਟਿਵ ਬਾਇਸ ਲੈ ਕੇ ਚੱਲਦੇ ਹਾਂ। ਸਾਡੇ ਮਾਈਂਡ ਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵਿਟੀ ਹੈ, ਔਰ ਨੈਗੇਟਿਵਿਟੀ ਕਰਕੇ ਹੀ ਅਸੀਂ ਦੇਖੀਏ ਉਸ ਵੇਲੇ ਜੇ ਸੰਤਾ ਉਸ ਵੇਲੇ ਸਰਵਾਈਵ ਕੀਤਾ ਤਾਂ ਇਸ ਕਰਕੇ ਸਰਵਾਈਵ ਹੋਇਆ ਕਿ ਉਹਦੀ ਨੈਗੇਟਿਵ ਸੋਚ ਸੀ। ਉਹ ਉਸ ਵੇਲੇ ਜੇ ਅਸੀਂ ਸਾਰੇ ਕਹਿੰਦੇ ਆ ਥਿੰਕ ਪੋਜ਼ਿਟਿਵ, ਔਰ ਉਹ ਵੀ ਥਿੰਕ ਪੋਜ਼ਿਟਿਵ ਕਰਕੇ ਚੱਲਦਾ ਰਹਿੰਦਾ ਤਾਂ ਸ਼ਾਇਦ ਉਹਨੇ ਇੱਕ ਹਫ਼ਤੇ 2 ਹਫ਼ਤੇ ਵੱਧ ਤੋਂ ਵੱਧ ਮਹੀਨੇ ਦੇ ਵਿੱਚ ਹੀ ਉਹਨੇ ਆਪਣੀ ਜਾਨ ਗਵਾ ਲੈਣੀ ਸੀਗੀ। ਉਹਦਾ ਕਾਰਨ ਹੈ, ਆਪਾਂ 1 ਮਿੰਟ ਵਿੱਚ ਸਮਝ ਲੈਂਦੇ ਆ। ਸੰਤਾ 2 ਤਰੀਕੇ ਦੀ ਗਲਤੀ ਕਰ ਸਕਦਾ ਸੀਗਾ। ਇੱਕ ਇਹਨੂੰ ਕਹਾਂਗੇ ਆਪਾਂ ਟਾਈਪ 1 ਐਰਰ ਤੇ ਟਾਈਪ 2 ਐਰਰ। ਟਾਈਪ 1 ਐਰਰ ਕੀ ਹੈ? ਟਾਈਪ 1 ਐਰਰ ਇਸ ਤਰ੍ਹਾਂ ਹੈ ਕਿ ਥੋੜਾ ਜਿਹਾ ਹਵਾ ਦਾ ਝੋਕਾ ਆਇਆ ਔਰ ਪੱਤਿਆਂ ਦੀ ਥੋੜੀ ਜਿਹੀ ਚੰਚਨਾਹਟ ਹੋਈ ਔਰ ਝਾੜੀਆਂ ਦੇ ਵਿੱਚ ਉਹਨੂੰ ਲੱਗਿਆ ਕੁਝ ਹਿਲ ਰਿਹਾ ਹੈ, ਉਹਨੂੰ ਕੁਝ ਹਲਕਾ ਪੀਲਾ ਭੂਰਾ ਕੁਝ ਨਜ਼ਰ ਆਇਆ। ਉਹਨੇ ਦੇਖਿਆ ਜਾਂ ਤਾਂ ਇਹ ਨਾਰਮਲ ਹਵਾ ਚੱਲ ਰਹੀ ਹੈ ਔਰ ਜੋ ਮੈਨੂੰ ਪੀਲਾ ਭੂਰਾ ਨਜ਼ਰ ਆ ਰਿਹਾ ਹੈ ਉਹ ਸ਼ਾਇਦ ਕੋਈ ਮਿੱਟੀ ਦਾ ਡਲਾ ਹੈ ਜਾਂ ਸ਼ਾਇਦ ਕੋਈ ਉਹ ਇੱਕ ਪੱਥਰ ਦਾ ਟੁਕੜਾ ਹੈ। ਤਾਂ ਉਹ ਉਸ ਕੇਸ ਵਿੱਚ ਸੋਚ ਸਕਦਾ ਹੈ ਕਿ ਚਲੋ ਲੈਟਸ ਬੀ ਪੋਜ਼ਿਟਿਵ, ਲੈਟਸ ਥਿੰਕ ਪੋਜ਼ਿਟਿਵ, ਔਰ ਇਹ ਕੁਝ ਨਹੀਂ ਹੈ। ਪਰ ਉਹਦਾ ਮਨ ਜੇ ਸਹਿਮ ਗਿਆ, ਕਿਉਂਕਿ ਉਹਨੂੰ ਪਤਾ ਹੈ ਕਿ ਇੱਥੇ ਸ਼ੇਰ ਵੀ ਹੋ ਸਕਦਾ ਹੈਗਾ, ਔਰ ਉਹ ਉਥੋਂ ਦੀ ਇਸ ਤੋਂ ਪਹਿਲਾਂ ਕਿ ਸ਼ੇਰ ਉਹਨੂੰ ਸ਼ਿਕਾਰ ਬਣਾਏ ਔਰ ਸ਼ੇਰ ਉਹਦੀ ਸ਼ਿਕੰਜੇ ਉਹਦੇ ਪਕੜ ਵਿੱਚ ਆ ਜਾਏ, ਉਹ ਮਾੜੀ ਜੀ ਆਹਟ ਹੁੰਦੇ ਬਿਨਾਂ ਕਿ ਇਸ ਚੀਜ਼ ਦੀ ਹੋਰ ਫਰਦਰ ਪੜਤਾਲ ਕਰੇ ਉਥੋਂ ਦੀ ਫਟਾਫਟ ਭੱਜ ਜਾਏ। ਉਸ ਵੇਲੇ ਉਹ ਪੋਜ਼ਿਟਿਵ ਥਿੰਕਿੰਗ ਨਾ ਕਰੇ, ਸਿਰਫ ਨੈਗੇਟਿਵ ਹੀ ਸੋਚੇ ਕਿ ਇਹ ਨੈਗੇਟਿਵ ਹੀ ਹੈ, ਇਹ ਸ਼ੇਰ ਹੀ ਹੋ ਸਕਦਾ ਹੈ, ਮੈਂ ਕੋਈ ਰਿਸਕ ਨਹੀਂ ਲੈਣਾ ਹੈਗਾ, ਮੈਂ ਫਟਾਫਟ ਇੱਥੋਂ ਦੀ ਭੱਜ ਜਾਵਾਂ। ਨੁਕਸਾਨ ਕੀ ਹੋਏਗਾ? ਉਹਦਾ ਨੁਕਸਾਨ ਨਹੀਂ ਹੋਏਗਾ ਜੇ ਉਹਦੀ ਜਜਮੈਂਟ ਗਲਤ ਨਿਕਲੀ। ਟਾਈਪ 1 ਐਰਰ ਦਾ ਨੁਕਸਾਨ ਕੀ ਹੈ? ਟਾਈਪ 1 ਦਾ ਐਰਰ ਦਾ ਨੁਕਸਾਨ ਹੈਗਾ ਕਿ ਉਹ ਮਾੜੀ ਜੀ ਕਿਤੇ ਹਵਾ ਚਲਦੀ ਹੈ ਔਰ ਡਰਪੋਕਾਂ ਵਾਂਗੂ ਭੱਜ ਜਾਂਦਾ ਹੈ। ਮਾੜੀ ਜੀ ਕਿਤੇ ਉਹਨੂੰ ਕੁਝ ਪੀਲਾ ਨਜ਼ਰ ਆਉਂਦਾ ਹੈ, ਭੂਰਾ ਨਜ਼ਰ ਆਉਂਦਾ ਹੈ, ਉਹ ਸੋਚਦਾ ਵੀ ਸ਼ੇਰ ਹੈਗਾ, ਉੱਥੋਂ ਦੀ ਫਟਾਫਟ ਨਿਕਲਣ ਦੀ ਕਰਦਾ ਹੈ। ਉਸ ਡਰ ਦੇ ਕਾਰਨ, ਉਸ ਭੈ ਦੇ ਕਾਰਨ ਉਹ ਜੇ ਗਿਆ ਸੀਗਾ ਝਾੜੀਆਂ ਦੇ ਵਿੱਚ, ਮੰਨ ਲਓ ਬੇਰ ਚੁਗਣ ਗਿਆ ਸੀਗਾ ਜਾਂ ਹੋਰ ਜਿਹੜੀਆਂ ਹੈਗੀਆਂ ਜਿਹਨੂੰ ਰਸ ਭਰੀਆਂ ਕਹਿੰਦੇ ਆ,
ਬੇਰੀਜ਼ ਕਹਿੰਦੇ ਆ, ਉਹ ਚੁਗਣ ਗਿਆ ਸੀਗਾ, ਉਹ ਨਹੀਂ ਚੁਗੀਆਂ, ਕੋਈ ਗੱਲ ਨਹੀਂ, ਉੱਥੋਂ ਦੀ ਨਿਕਲ ਗਿਆ, ਜਾਂ ਜਿਹੜੀਆਂ ਉਹਨੇ ਚੁਗੀਆਂ ਵੀ ਸੀਗੀਆਂ ਉਹਨੇ ਹੱਥ 'ਚ ਫੜੀਆਂ ਸੀਗੀਆਂ, ਉਹ ਡਿੱਗ ਗਿਆ, ਉਹ ਡਿੱਗ ਗਈਆਂ ਔਰ ਭੱਜ ਗਿਆ ਉੱਥੋਂ ਦੀ ਡਰਪੋਕਾ ਵਾਂਗੂ, ਕੋਈ ਗੱਲ ਨਹੀਂ, ਭੱਜ ਗਿਆ, ਕੋਈ ਗੱਲ ਨਹੀਂ, ਉਹਨੇ ਜਾਨ ਬਚਾ ਕੇ ਭੱਜਣ ਦੀ ਕੀਤੀ। ਉਹ ਜੇ ਇਹੋ ਜੀ ਗਲਤੀ ਹਰ ਤੀਜੇ ਦਿਨ ਕਰਦਾ ਹੈ ਤਾਂ ਕੀ ਹੋ ਜਾਏਗਾ, ਹਰ ਤੀਜੇ ਦਿਨ ਉਹਦਾ ਜਿਹੜਾ ਬੇਰੀ ਕਲੈਕਟ ਕਰਨੀ ਹੈ ਉਹਨੇ, ਉਹ ਥੋੜੀ ਘੱਟ ਹੋ ਜਾਏਗੀ। ਜੇ ਰੋਜ਼ ਦੀਆਂ 4 ਕਿਲੋ ਬੇਰੀਆਂ ਇਕੱਠੀਆਂ ਕਰਕੇ ਆਪਣੇ ਪਰਿਵਾਰ ਵਾਸਤੇ ਲੈ ਕੇ ਆਂਦਾ ਹੈਗਾ, ਤਾਂ ਕਿਉਂਕਿ ਇੱਕ ਵਾਰੀ ਉਹਨੂੰ ਭਜਣਾ ਪੈ ਗਿਆ ਤਾਂ ਉਸ ਦਿਨ 4 ਕਿਲੋ ਦੀ ਥਾਂ ਤੇ 2 ਕਿਲੋ ਲੈ ਆਏਗਾ, 2 ਦਿਨ ਪੂਰੀਆਂ ਲੈ ਕੇ ਆਏਗਾ, ਇੱਕ ਦਿਨ ਅੱਧੀਆਂ ਲੈ ਕੇ ਆ ਜਾਏਗਾ। ਇਸ ਕਰਕੇ ਇਹੋ ਜੀ ਗਲਤੀ ਜਿਹੜੀ ਕਰਨ ਵਾਲੀ ਹੈ, ਰਣ ਨੂੰ ਛੱਡ ਕੇ ਭੱਜਣ ਵਾਲੀ ਜਿਹੜੀ ਗਲਤੀ ਹੈ, ਡਰਪੋਕਾ ਵਾਂਗੂ ਨਿਗਲਣ ਦੀ ਜਿਹੜੀ ਗਲਤੀ ਹੈ, ਨੈਗੇਟਿਵ ਸੋਚਣ ਦੀ ਜਿਹੜੀ ਗਲਤੀ ਹੈ, ਇਹ ਚਾਹੇ ਸਾਲ ਵਿੱਚ 50 ਵਾਰੀ ਕਰ ਲੇ, ਇਹ ਚਾਹੇ ਸਾਲ ਵਿੱਚ 100 ਵਾਰੀ ਕਰ ਲੇ, ਕੋਈ ਗੱਲ ਨਹੀਂ, ਭੁੱਖਾ ਨਹੀਂ ਮਰਦਾ, ਕੋਈ ਗੱਲ ਨਹੀਂ, ਉਹਦਾ ਪਰਿਵਾਰ ਵੀ ਜ਼ਿੰਦਾ ਰਹੇਗਾ, ਕੋਈ ਗੱਲ ਨਹੀਂ, ਉਹ ਠੀਕ ਹੈ ਜ਼ਿਆਦਾ ਰਿਸ਼ਟ ਪੁਸ਼ਟ ਨਹੀਂ ਹੋਏਗਾ ਤਾਂ ਵੀ ਕੋਈ ਗੱਲ ਨਹੀਂ, ਉਹਦੇ ਬੱਚੇ ਜਿੰਦਾ ਰਹਿਣਗੇ ਔਰ ਹਰ ਸਾਲ ਨਵੇਂ ਹੋਰ ਬੱਚੇ ਪੈਦਾ ਹੁੰਦੇ ਰਹਿਣਗੇ। ਇਸ ਕਰਕੇ ਉਹ ਆਪਣੇ ਡੀਐਨਏ ਦੀ ਕਾਪੀ ਬਣਾਉਂਦਾ ਰਹੇਗਾ, ਉਹ 6 ਸਾਲ 10 ਸਾਲ 15 ਸਾਲ ਵਿੱਚ ਕਾਫੀ ਜ਼ਿਆਦਾ ਆਪਣੀ ਗਿਣਤੀ ਨੂੰ ਵਧਾ ਲਏਗਾ। ਔਰ ਇਸ ਤਰੀਕੇ ਨਾਲ ਉਹ ਆਪਣੇ ਬੱਚਿਆਂ ਨੂੰ ਵੀ ਇਹੀ ਸਿਖਾਏਗਾ ਕਿ ਜੇ ਕਿਤੇ ਮਾੜੀ ਜੀ ਵੀ ਆਹਟ ਹੋਏ ਤਾਂ ਡਰਨਾ ਸਹੀ ਹੈ, ਮਾੜੀ ਜੀ ਵੀ ਕੋਈ ਕਿਤੇ ਤੁਹਾਨੂੰ ਲੱਗੇ ਕਿ ਹਾਂ ਉਸ ਵੇਲੇ ਡਰਪੋਕ ਹੋਣਾ ਸਹੀ ਗੱਲ ਹੈ, ਭੱਜ ਲਓ ਉਥੋਂ ਦੀ, ਨਹੀਂ ਤਾਂ ਪੰਗਾ ਜ਼ਿਆਦਾ ਪੈਣ ਵਾਲਾ ਹੈਗਾ। ਪਰ ਜੇ ਉਹ ਉਸ ਵੇਲੇ ਪੋਜ਼ਿਟਿਵ ਸੋਚਦਾ, ਜਿਵੇਂ ਅਸੀਂ ਕਹਿੰਦੇ ਹਾਂ ਕਿ ਬੀ ਪੋਜ਼ਿਟਿਵ, ਥਿੰਕ ਪੋਜ਼ਿਟਿਵ, ਐਨਾਲਾਈਜ਼ ਕਰਦਾ, ਜਦ ਤੱਕ ਮੈਂ ਸ਼ੇਰ ਨੂੰ ਅੱਖਾਂ ਨਾਲ ਦੇਖ ਨਹੀਂ ਲੈਂਦਾ, ਮੈਂ ਨਹੀਂ ਮੰਨਦਾ ਇਹ ਸ਼ੇਰ ਹੈਗਾ, ਜਦ ਤੱਕ ਮੈਂ ਉਹ ਜੇ ਕਿਤੇ ਉਹਨੇ ਇਹੋ ਜੀ ਗਲਤੀ ਕਰ ਦਿੱਤੀ ਕਿ ਸੀਗਾ ਉਹ ਸ਼ੇਰ, ਪਰ ਉਹਨੇ ਸਮਝ ਲਿਆ ਕਿ ਇਹ ਇੱਕ ਉਹੀ ਹਵਾ ਚੱਲ ਰਹੀ ਹੈ ਜਾਂ ਉਹੀ ਕੋਈ ਪੀਲੇ ਰੰਗ ਦਾ ਪੱਥਰ ਹੈ, ਉਹ ਜੀ ਗਲਤੀ ਉਹ ਸਿਰਫ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਕਰ ਸਕਦਾ ਹੈ, ਸਿਰਫ ਇੱਕ ਵਾਰੀ ਕਰ ਸਕਦਾ ਹੈ। ਇੱਕ ਵਾਰ ਉਹਨੇ ਗਲਤੀ ਕਰ ਲਈ ਤਾਂ ਸ਼ੇਰ ਨੂੰ ਉਹਨੇ ਛੱਡਣਾ ਨਹੀਂ, ਉਹਨੇ ਜ਼ਿੰਦਾ ਬਚਣਾ ਨਹੀਂ, ਉਹਦੀ ਫੈਮਿਲੀ ਨੂੰ ਕੋਈ ਰੱਖਣ ਵਾਲਾ ਨਹੀਂ ਹੈਗਾ, ਉਹਦੇ ਬੱਚੇ ਵੀ ਜਿਹੜੇ ਹੈਗੇ ਆ ਫਿਰ ਉਹ ਛੋਟੇ ਬੱਚੇ ਵੀ ਭੁੱਖੇ ਮਰ ਜਾਣਗੇ, ਉਹ ਪੂਰੇ ਦਾ ਪੂਰਾ ਕੁਟੁੰਬ ਉਹਦਾ ਤਬਾਹ ਹੋ ਜਾਏਗਾ। ਇਸ ਕਰਕੇ ਟਾਈਪ 1 ਗਲਤੀ ਉਹ ਜੇ ਸਾਲ ਵਿੱਚ 100 ਵਾਰੀ ਵੀ ਕਰ ਲੈਂਦਾ ਤਾਂ ਵੀ ਉਹ ਮਾਫ ਹੈ, ਪਰ ਟਾਈਪ 2 ਗਲਤੀ ਕਰਨੀ ਜਿਹੜੀ ਹੈ ਉਹ ਉਹਨੂੰ ਕਿਸੇ ਵੀ ਕੀਮਤ ਤੇ ਸਪੇਅਰ ਨਹੀਂ ਕਰੇਗੀ, ਉਹਦਾ ਖਾਤਮਾ ਕਰਕੇ ਰਹੇਗੀ। ਇਸ ਕਰਕੇ ਇਹ ਮੂਲ ਕਾਰਨ ਹੈ, ਉਸ ਵੇਲੇ ਉਸ ਵਕਤ ਦੀ ਇਹ ਡਿਮਾਂਡ ਸੀ, ਉਸ ਸਮੇਂ ਦੀ ਇਹ ਮੰਗ ਸੀ ਕਿ ਸਾਨੂੰ ਬਹੁਤਾ ਪੋਜ਼ਿਟਿਵ ਹੋਣ ਦੀ ਲੋੜ ਨਹੀਂ, ਜਿੱਥੇ ਮਾੜਾ ਜਿਹਾ ਵੀ ਖਤਰਾ ਲੱਗੇ ਉੱਥੋਂ ਭੱਜਣ 'ਚ ਹੀ ਫਾਇਦਾ ਹੈ, ਉਸ ਵੇਲੇ ਨਿਡਰ ਹੋਣ ਦੀ ਲੋੜ ਨਹੀਂ, ਬਹੁਤਾ ਹੀਰੋ ਬਣਨ ਦੀ ਲੋੜ ਨਹੀਂ, ਬਸ ਉੱਥੋਂ ਦੀ ਨਿਕਲ ਜਾਈਏ ਭੱਜ ਕੇ। ਇਹ ਨੈਗੇਟਿਵਿਟੀ ਸਾਡੇ ਦਿਮਾਗ ਦੇ ਵਿੱਚ ਹੁਣ ਤੱਕਨ ਵਸੀ ਹੋਈ ਹੈ, ਜਦਕਿ ਸਾਨੂੰ ਪਤਾ ਹੈ ਇੱਥੇ ਕੋਈ ਸੱਪ ਨਹੀਂ ਹੈਗੇ, ਇੱਥੇ ਕੋਈ ਸ਼ੇਰ ਨਹੀਂ ਹੈਗੇ, ਇੱਥੇ ਕੋਈ ਇਹੋ ਜਿਹੀ ਖਤਰੇ ਵਾਲੀ ਚੀਜ਼ ਨਹੀਂ ਹੈਗੀ, ਪਰ ਮਾੜੀ ਜੀ ਵੀ ਕੋਈ ਗੱਲ ਹੁੰਦੀ ਹੈ ਅਸੀਂ ਨੈਗੇਟਿਵ ਚੀਜ਼ ਨੂੰ ਫੜ ਕੇ ਬਹਿ ਜਾਂਦੇ ਹਾਂ ਉਂਝ ਜਿਵੇਂ ਪਤਾ ਨਹੀਂ ਕੀ ਹੈਗੀ ਹੈ। ਨਾਓ ਵੀ ਕੈਨ ਅਫੋਰਡ ਟੂ ਮੇਕ ਟਾਈਪ 2 ਐਰਰਸ ਬਟ ਵੀ ਸਟਿਲ ਡੋਂਟ ਮੇਕ। ਅੱਜ ਵੀ ਅਸੀਂ ਉਂਝ ਹੀ ਡਰੇ ਹੋਏ, ਉਂਝ ਹੀ ਸਹਿਮੇ ਹੋਏ, ਨਿੱਕੀ ਨਿੱਕੀ ਗੱਲ ਤੇ ਜੇ ਕਹਿ ਦਿੱਤਾ ਉਹ ਕਰੋਨਾ ਪਤਾ ਨਹੀਂ ਕਰੋਨਾ ਆ ਗਿਆ, ਸ਼ੇਰ ਆ ਗਿਆ, ਸ਼ੇਰ ਆ ਗਿਆ, ਕਰੋਨਾ ਆ ਗਿਆ, ਅਸੀਂ ਉਂਝ ਹੀ ਸਹਿਮ ਜਾਂਦੇ ਹਾਂ, ਉਂਝ ਹੀ ਡਰ ਜਾਂਦੇ ਹਾਂ, ਉਂਝ ਹੀ ਸਾਨੂੰ ਲੱਗਦਾ ਹੈ ਕਿ ਬਹੁਤ ਵੱਡਾ ਪਤਾ ਨਹੀਂ ਕੀ ਹੋ ਗਿਆ। ਸਾਡੇ ਮਾਈਂਡ ਦੇ ਵਿੱਚ ਉਂਝ ਨੈਗੇਟਿਵਿਟੀ ਇੰਨੀ ਜ਼ਿਆਦਾ ਹੈ। ਇਹੀ ਕਾਰਨ ਹੈ ਕਿ ਮਾੜਾ ਜਿਹਾ ਵੀ ਕੁਝ ਸੋਚ ਕੇ ਸਾਡੇ ਦਿਲ ਦੀ ਧੜਕਨ ਅਜੇ ਵੀ ਤੇਜ਼ ਹੋ ਜਾਂਦੀ ਹੈ, ਮਾੜਾ ਜਿਹਾ ਕੁਝ ਸੋਚ ਕੇ ਸਾਡੇ ਸਾਹ ਉਂਝ ਹੀ ਸਾਨੂੰ ਫੁੱਲਣ ਲੱਗ ਜਾਂਦਾ ਹੈ, ਬਲੱਡ ਪ੍ਰੈਸ਼ਰ ਸਾਡਾ ਹਾਈ ਹੋ ਜਾਂਦਾ ਹੈ, ਐਂਡ ਆਲ ਦੋ ਸਟ੍ਰੈਸ ਹਾਰਮੋਨਸ ਉਹ ਸਾਡੇ ਨਿਕਲਣੇ ਸ਼ੁਰੂ ਹੋ ਜਾਂਦੇ हैं, ਜਿਹੜੇ ਕਿ ਸਾਡੇ ਵਿੱਚ ਇੰਨੀ ਜ਼ਿਆਦਾ ਐਂਗਜ਼ਾਇਟੀ ਪੈਦਾ ਕਰਦੇ हैं। ਔਰ ਉਹ ਐਂਗਜ਼ਾਇਟੀ ਹੁਣ ਅੱਜ ਦੀ ਡੇਟ ਵਿੱਚ ਬਿਲਕੁਲ ਜਸਟੀਫਾਈਡ ਨਹੀਂ ਹੈ। ਉਹਦਾ ਇਲਾਜ ਕੀ ਹੈ ਉਹ ਮੈਂ ਤੁਹਾਨੂੰ ਆਉਣ ਵਾਲੇ 15-20 ਮਿੰਟ ਵਿੱਚ ਦੱਸਾਂਗਾ। ਉਸ ਤੋਂ ਪਹਿਲਾਂ ਜੇ ਕੋਈ ਤੁਹਾਡਾ ਪ੍ਰਸ਼ਨ ਹੈ ਤਾਂ ਤੁਸੀਂ ਅਨਮਿਊਟ ਕਰਕੇ ਵੀ ਪੁੱਛ ਸਕਦੇ ਹੋ, ਨਹੀਂ ਤਾਂ ਮੈਂ ਦੇਖ ਰਿਹਾ ਚੈਟ ਵਿੱਚ, ਤੁਸੀਂ ਮੈਨੂੰ ਚੈਟ ਦੇ ਉੱਤੇ ਵੀ ਟਾਈਪ ਕਰਕੇ ਆਪਣਾ ਕੋਈ ਵੀ ਪ੍ਰਸ਼ਨ ਹੋਏ ਜਾਂ ਕਮੈਂਟ ਹੋਏ, ਚੰਗਾ ਲੱਗ ਰਿਹਾ ਹੈ, ਮਾੜਾ ਲੱਗ ਰਿਹਾ ਹੈ, ਉਹ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ। ਆਈ ਐਮ ਵੇਟਿੰਗ ਫॉर दैट। ਬੱਚੇ ਤੁਸੀਂ ਆਪਣਾ ਹੈਂਡ ਰੇਜ਼ ਵੀ ਕਰ ਸਕਦੇ ਹੋ, ਜੇਕਰ ਕੋਈ ਸਵਾਲ ਤੁਸੀਂ ਕਰਨਾ ਚਾਹੁੰਦੇ ਹੋ ਆਪਣਾ ਹੈਂਡ ਰੇਜ਼ ਵੀ ਕਰ ਸਕਦੇ ਹੋ।
yes, how to overcome this negativity, how to reduce the negative thinking. ਬਿਲਕੁਲ ਮੈਂ ਤੁਹਾਨੂੰ ਇਸ ਗੱਲ ਦਾ ਹੀ ਅੱਗੇ ਲੈ ਕੇ ਜਾਵਾਂਗੇ ਕਿ ਇਹ ਪੁਰਾਣੀਆਂ ਗੱਲਾਂ ਹੁਣ ਤੱਕ ਸਾਨੂੰ ਇਹ ਸਮਝ ਆ ਗਿਆ ਕਿ ਨੈਗੇਟਿਵਿਟੀ ਔਰ ਜੋ ਸਾਡੇ ਮਨ ਦੇ ਵਿੱਚ ਐਂਜ਼ਾਇਟੀਜ਼ ਹੈਗੀਆਂ ਇਹ ਬਹੁਤ ਨੈਚੁਰਲ ਹੈ ਔਰ ਇਹ ਸਾਡੇ ਪੁਰਖਾਂ ਨੇ ਸਾਨੂੰ ਦਿੱਤੀਆਂ ਔਰ ਜੇ ਇਹ ਨਾ ਹੁੰਦੇ ਤਾਂ ਅਸੀਂ ਨਾ ਹੁੰਦੇ, ਸਾਡੇ ਪੁਰਖੇ ਨਾ ਹੁੰਦੇ, ਸਾਨੂੰ ਹੁਣ ਤੱਕ ਜਿਹੜੇ ਸ਼ੇਰ ਚੀਤੇ ਹੈਗੇ ਆ ਉਹ ਆਪਣਾ ਬ੍ਰੇਕਫਾਸਟ ਡਿਨਰ ਬਣਾ ਕੇ ਖਾ ਚੁੱਕੇ ਹੁੰਦੇ, ਸਾਡੀ ਹਿਊਮਨ ਸਪੀਸੀਜ਼ ਹੀ ਨਹੀਂ ਰਹਿਣੀ ਸੀਗੀ। ਬਟ let's now move further and see that it's just repetition of whatsoever I said, that our minds are designed to make type 1 errors at the cost of type 2 errors। type 1 error ਤੁਸੀਂ 100 ਵਾਰੀ ਵੀ ਜਿਸ ਸਾਲ ਚ ਕਰ ਲੈਂਦੇ ਹੋ ਤਾਂ ਕੋਈ ਗੱਲ ਨਹੀਂ, ਪਰ ਇੱਕ ਵੀ ਟਾਈਪ 2 ਐਰਰ ਉਸ ਵੇਲੇ ਅਗਰ ਹੋ ਜਾਂਦਾ ਤਾਂ ਉਹ ਸਾਡੇ ਲਈ ਬਹੁਤ ਮਹਿੰਗਾ ਪੈਣਾ ਸੀਗਾ। ਪਰ ਅਸੀਂ ਹੁਣ ਵੀ ਉਸੇ ਤਰੀਕੇ ਨਾਲ ਚੱਲ ਰਹੇ ਹਾਂ, ਸਾਨੂੰ ਅਜੇ ਵੀ ਟਾਈਪ 2 ਐਰਰ ਕਰਨ ਤੋਂ ਬਹੁਤ ਡਰ ਲੱਗਦਾ ਹੈ। ਐਂਡ ਦਿਸ ਇਜ਼ ਦ ਰੀਜ਼ਨ ਨੈਗੇਟਿਵਿਟੀ ਸਟਿਕਸ ਟੂ ਆਵਰ ਮਾਈਂਡ। ਕੁਝ ਮਾੜਾ ਜਿਹਾ ਵੀ ਇੱਕ ਨੈਗੇਟਿਵ ਹੋ ਜਾਏ ਉਹ ਅਸੀਂ ਫਿਰ ਛੱਡਦੇ ਹੀ ਨਹੀਂ ਆ। ਜੇ ਸਾਡਾ ਕੋਈ ਬੌਸ ਹੈ, ਸਾਡਾ ਕੋਈ ਟੀਚਰ ਹੈ, ਸਾਡਾ ਕੋਈ ਸੀਨੀਅਰ ਹੈ, ਸਾਡਾ ਕੋਈ ਰਿਲੇਟਿਵ ਹੈ, ਸਾਡਾ ਕੋਈ ਫਰੈਂਡ ਹੈ, ਉਹ ਸਾਡੇ 10 ਤਾਰੀਫਾਂ ਕਰਦਾ ਹੈ, 10 ਤਾਰੀਫਾਂ ਕਰਨ ਤੋਂ ਬਾਅਦ ਇੱਕ ਚੀਜ਼ ਮਾੜੀ ਜੀ ਕਹਿ ਦਿੰਦਾ ਹੈ, ਬਾਕੀ ਸਾਰੀਆਂ ਗੱਲਾਂ ਤਾਂ ਠੀਕ ਹੈ ਤੇਰੀਆਂ ਕਾਕਾ, ਪਰ ਉਹ ਜਿਹੜਾ ਇੱਕ ਪਰ ਲਾ ਦਿੰਦਾ ਨਾ ਨਾਲ, ਉਹ ਪਰ ਸਾਡੇ ਦਿਮਾਗ ਵਿੱਚ ਅਟਕ ਜਾਂਦਾ ਹੈ। ਪਰ ਤੂੰ ਨਾ ਗੁੱਸਾ ਬਹੁਤ ਕਰਦਾ ਹੈ ਜਾਂ ਉਹਨੇ ਕੁਝ ਵੀ ਕਹਤਾ ਹੈ, ਪਰ ਤੂੰ ਨਾ ਖਰਚੀਲਾ ਬਹੁਤ ਹੈ। 10 ਤਾਰੀਫਾਂ ਕਰਕੇ ਉਹ ਜੇ ਕਹੇਗਾ ਕਿ ਤੂੰ ਬੋਲਦਾ ਬਹੁਤ ਸੋਹਣਾ ਹੈ, ਤੇਰੀ ਮੁਸਕਰਾਹਟ ਬਹੁਤ ਚੰਗੀ ਹੈ, ਤੂੰ ਮਿਹਨਤੀ ਬਹੁਤ ਹੈ, ਤੂੰ ਬਹੁਤ ਜ਼ਿਆਦਾ ਇਮਾਨਦਾਰ ਹੈ, ਪਰ ਉਹ ਇੱਕ ਪਰ ਲਾ ਦਿੱਤਾ ਜਿਹੜਾ, ਉਹ ਅਸੀਂ ਪਰ ਸਾਡੇ ਦਿਮਾਗ ਦੇ ਵਿੱਚ ਬਾਰ-ਬਾਰ ਗੂੰਜੀ ਜਾਏਗਾ ਔਰ ਉਹ ਨੈਗੇਟਿਵਿਟੀ ਸਾਡੇ ਮਾਈਂਡ ਨੂੰ ਸਟਿਕ ਕਰ ਜਾਂਦੀ ਹੈ। ਅਸੀਂ ਬਾਕੀ ਦੇ ਜਿਹੜੀ ਸਾਡੀਆਂ ਤਾਰੀਫਾਂ ਉਹ ਅਸੀਂ ਸਾਰੀਆਂ ਭੁੱਲ ਜਾਂਦੇ ਹਾਂ। ਇੱਕ ਉਦਾਹਰਨ ਦੇ ਤੌਰ ਤੇ ਤੁਸੀਂ ਇਹ ਫੋਟੋ ਦੇਖ ਰਹੇ ਹੋ, ਖਾਸ ਤੌਰ ਤੇ ਸਿੱਖ ਕਮਿਊਨਿਟੀਜ਼ ਦੇ ਜਿਹੜੇ ਬੰਦੇ ਮੇਰੀ ਉਮਰ ਦੇ ਹੈ, ਉਹਨਾਂ ਨੂੰ ਜੇ ਕੋਈ ਪੁੱਛੇ ਕਿ ਇਹ ਕੌਣ ਹੈ, ਇਹਦੇ ਬਾਰੇ ਤੁਸੀਂ ਕੁਝ ਕੀ ਕਹਿਣਾ ਚਾਹੁੰਦੇ ਹੋ, ਤਾਂ ਮੈਂ ਜਿੰਨੀਆਂ ਵੀ ਫੇਸ ਟੂ ਫੇਸ ਵਰਕਸ਼ਾਪਸ ਕੀਤੀਆਂ ਉਹਨਾਂ ਦੇ ਵਿੱਚ ਸਾਰਿਆਂ ਨੇ ਇਹੀ ਕਿਹਾ ਕਿ ਇਹਨੇ ਦਰਬਾਰ ਸਾਹਿਬ ਦੇ ਉੱਤੇ ਟੈਂਕ ਚੜਾ ਦਿੱਤੇ ਸੀਗੇ, ਇਹਨੇ ਆਪਰੇਸ਼ਨ ਬਲੂ ਸਟਾਰ ਕੀਤਾ ਸੀਗਾ, ਇਹ ਤਾਂ ਇਹੋ ਜਿਹੀ ਹੋਈ ਕਿ ਇਹਦੇ ਮਰਨ ਤੋਂ ਬਾਅਦ ਇਹਦੇ ਦੰਗੇ ਇੰਨੇ ਹੋਏ 84 ਦੇ। ਅਸੀਂ ਇਹ ਵਾਲੀ ਚੀਜ਼ ਨੂੰ ਕਦੀ ਭੁੱਲ ਨਹੀਂ ਸਕਦੇ। ਇਹ ਨੈਗੇਟਿਵਿਟੀ ਇਜ਼ ਗੋਇੰਗ ਟੂ ਸਟਿਕ ਟੂ ਅਸ ਫॉर ਮੈਨੀ ਜਨਰੇਸ਼ਨਸ। ਅਸੀਂ ਨਹੀਂ ਭੁੱਲ ਸਕਦੇ, ਅਸੀਂ ਨਹੀਂ ਕਿਉਂਕਿ ਸਾਡੀ ਇਹ ਨੈਗੇਟਿਵਿਟੀ ਹੈ। ਮੈਂ ਕੋਈ ਇਸ ਪੋਲਿਟਿਕਸ ਨਹੀਂ ਲੈ ਕੇ ਆਣਾ ਚਾਹੁੰਦਾ, ਮੈਂ ਕੋਈ ਪ੍ਰੋ ਕਾਂਗਰਸ ਐਂਟੀ ਬੀਜੇਪੀ ਕੋਈ ਉਹ ਜਿਹਾ ਮੇਰਾ ਕੋਈ ਏਜੰਡਾ ਨਹੀਂ ਹੈਗਾ। ਮੈਂ ਸਿਰਫ ਇੱਕ ਐਗਜ਼ਾਮਪਲ ਦੇ ਤੌਰ ਤੇ ਕੀਤਾ ਕਿ ਇਹਨੇ ਜੇ ਇੱਕ ਗਲਤੀ ਕੀਤੀ, ਸਿੰਘਾਂ ਦੇ ਨਾਲ ਪੰਗਾ ਲੈ ਕੇ ਇੱਕ ਗਲਤੀ ਕੀਤੀ ਇਹਨੇ ਸਿੱਖ ਕੌਮ ਨੂੰ ਕਿਸੇ ਤਰੀਕੇ ਨਾਲ ਆਪਣੇ ਵੋਟ ਬੈਂਕ ਨੂੰ ਕੰਸੋਲੀਡੇਟ ਕਰਨ ਵਾਸਤੇ, ਉਹ ਇਹਦੇ ਲਈ ਇੰਨੀ ਭਾਰੀ ਪੈ ਗਈ ਕਿ ਇਹਨੂੰ ਨਾ ਕੇਵਲ ਆਪਣੇ ਜਾਨ ਤੋਂ ਹੱਥ ਧੋਣਾ ਪਿਆ, ਪਰ ਉਸ ਤੋਂ ਬਾਅਦ ਵੀ ਇਹਦੀ ਪਾਰਟੀ ਨੂੰ ਕਈ ਸਾਲਾਂ ਤੱਕ, ਹੁਣ ਤੱਕ ਇਹਦੀ ਸ਼ਕਲ ਦੇਖਦਿਆਂ ਸਾਰ ਸਾਰੇ ਸਿੱਖਾਂ ਨੂੰ ਗੁੱਸਾ ਆ ਜਾਂਦਾ ਹੈ ਜਿਨ੍ਹਾਂ ਨੇ 84 ਦੇਖਿਆ ਜਾਂ ਆਪਰੇਸ਼ਨ ਬਲੂ ਸਟਾਰ ਦੇਖਿਆ। ਇਹਨੇ 50 ਚੀਜ਼ਾਂ ਚੰਗੀਆਂ ਵੀ ਕੀਤੀਆਂ ਇਹਨੇ ਆਪ, ਇਹ ਨਹੀਂ ਕਿ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਸਰਦਾਰ ਮਨਮੋਹਨ ਸਿੰਘ ਜੀ ਨੂੰ 10 ਸਾਲ ਵਾਸਤੇ ਪ੍ਰਾਈਮ ਮਿਨਿਸਟਰ ਬਣਾਇਆ, ਜੋ ਕਿ ਇੱਕ ਹਿੰਦੁਸਤਾਨ ਦੇ ਵਿੱਚ ਇੱਕ ਮਿਸਾਲ ਸੀ, ਜੋ ਪਹਿਲੀ ਵਾਰੀ ਹੋਇਆ ਕਿ ਇੱਕ ਸਰਦਾਰ ਇੱਕ ਸਿੱਖ ਪ੍ਰਾਈਮ ਮਿਨਿਸਟਰ ਬਣ ਜਾਏ, ਇੱਕ ਨਾਨ ਹਿੰਦੂ ਪ੍ਰਾਈਮ ਮਿਨਿਸਟਰ ਬਣ ਜਾਏ, ਔਰ ਅੱਗੇ ਵੀ ਸ਼ਾਇਦ ਹੁਣ ਆਉਣ ਵਾਲੇ ਟਾਈਮ ਵਿੱਚ ਕਦੀ ਇਸ ਤਰ੍ਹਾਂ ਹੋਏ ਜਾਂ ਨਾ ਹੋਏ। ਇਹ ਤਾਂ ਪਾਰਟੀ ਦਾ ਆਪਣਾ ਇਮੇਜ ਹੈ, ਪਰ ਇਹਦਾ ਆਪਣਾ ਇਮੇਜ ਵੀ ਦੇਖਿਆ ਜਾਏ ਤਾਂ ਸ਼ੀ ਵਾਸ ਦ ਵਨ। ਇਹਦੇ ਦੂਜੀ ਗੱਲ ਕਿਹੜੀ ਸਾਡੇ ਦਿਮਾਗ ਵਿੱਚ ਆਉਂਦੀ ਹੈ ਇਹਦੇ ਬਾਰੇ, ਇਹਨੇ ਐਮਰਜੈਂਸੀ ਲਾਈ ਸੀਗੀ ਜੀ। ਇਹ ਦੋ ਚੀਜ਼ਾਂ ਨੈਗੇਟਿਵ ਵਾਲੀਆਂ ਸਾਡੇ ਦਿਮਾਗ ਤੇ ਜ਼ਿਆਦਾ ਆਉਂਦੀਆਂ। ਜਿਹੜੀ ਇਹਨੇ ਬੰਗਲਾਦੇਸ਼ ਦੀ ਵਾਰ ਜਿੱਤੀ, ਜਿਹੜੀ ਇਹਨੇ ਨੈਸ਼ਨਲਾਈਜ਼ ਕੀਤੇ, ਬੈਂਕਸ ਨੈਸ਼ਨਲਾਈਜ਼ ਕੀਤੇ, ਇੰਨੇ ਜ਼ਿਆਦਾ PSUs ਬਣਾਏ, ਉਹ ਸਭ ਭੁੱਲ ਜਾਂਦੇ ਆ, ਅਸੀਂ ਸਭ ਭੁੱਲ ਜਾਂਦੇ ਆ। ਇਟਸ ਜਸਟ ਐਨ ਐਗਜ਼ਾਮਪਲ ਟੂ ਸੇ that the negativity sticks and the positivity it goes out। ਦੂਸਰਾ ਕਾਰਨ ਕੀ ਹੈ ਸਾਡੀ ਲਾਈਫ ਵਿੱਚ, ਕਿ ਸਾਡੀ ਲਾਈਫ ਵਿੱਚ ਬਹੁਤ ਜ਼ਿਆਦਾ ਚੇਂਜ ਹੁੰਦੀ ਰਹਿੰਦੀ ਹੈ। ਅਸੀਂ ਕਿਉਂ ਇੰਨੇ ਜ਼ਿਆਦਾ ਐਂਕਸ਼ੀਅਸ ਰਹਿੰਦੇ ਹਾਂ? ਪਹਿਲਾ ਕਾਰਨ ਹੈ ਨੈਗੇਟਿਵਿਟੀ ਸਟਿਕਸ ਟੂ ਦਾ ਮਾਈਂਡ। ਦੂਸਰਾ ਹੈ ਕਿ ਵੀ ਡੂ ਨਾਟ ਐਕਸੈਪਟ ਦ ਚੇਂਜ। ਹੁਣ ਅਸੀਂ ਦੇਖੀਏ ਕੋਈ ਛੋਟਾ ਬੱਚਾ ਹੈ, ਉਹ
ਟੌਡਲਰ ਹੋ ਗਿਆ ਤਾਂ ਉਹਨੂੰ ਬਹੁਤ ਦਿੱਕਤ ਆਉਂਦੀ ਹੈ। ਤੁਹਾਡੇ ਘਰ ਜੋ ਕੋਈ ਛੋਟਾ ਬੱਚਾ, ਭਤੀਜਾ, ਤੁਹਾਡਾ ਨਾਲ ਦਾ ਕੋਈ ਕਜ਼ਨ ਇਹੋ ਜਿਹਾ ਹੋਏ, ਤੁਹਾਡਾ ਜਿਹੜਾ ਛੋਟਾ ਬੇਬੀ ਹੁੰਦਾ ਹੈ, ਉਹ ਬੋਟਲ ਤੋਂ ਦੁੱਧ ਪੀਂਦਾ ਹੈ, ਉਹ ਬੋਟਲ ਤੋਂ ਦੁੱਧ ਪੀਂਦਾ ਹੈ, ਉਹਨੂੰ ਕਹੋਗੇ ਹੁਣ ਤੂੰ ਬੋਟਲ ਤੋਂ ਦੁੱਧ ਨਹੀਂ ਪੀਣਾ, ਹੁਣ ਤੂੰ ਸਿਪਰ ਤੋਂ ਦੁੱਧ ਪੀਣਾ ਹੈ, ਹੁਣ ਤੂੰ ਪਿਆਲੀ ਤੋਂ ਦੁੱਧ ਪੀਣਾ, ਤਾਂ ਉਹ ਛੇਤੀ ਛੇਤੀ ਬੋਤਲ ਨਹੀਂ ਛੱਡਦਾ, ਕਿਉਂਕਿ ਉਹਦੇ ਵਾਸਤੇ ਇੱਕ ਚੇਂਜ ਹੈ। ਉਹਨੂੰ ਲੱਗਦਾ ਕਿ ਨਹੀਂ, ਇਹ ਮੇਰੇ ਲਈ ਬਹੁਤ ਦੁਖੀ ਹੋ ਕੇ ਬੋਤਲ ਨਾਲ ਦੁੱਧ ਪੀਣਾ ਛੱਡਦਾ ਹੈ। ਜੋ ਥੋੜਾ ਜਿਹਾ ਵੱਡਾ ਹੁੰਦਾ ਹੈ, ਉਹਨੂੰ ਸਕੂਲ ਜਾਣਾ ਪੈਂਦਾ ਹੈ, ਬਹੁਤ ਦੁਖੀ ਹੁੰਦਾ ਹੈ, ਮੈਂ ਸਕੂਲ ਜਾਣਾ ਹੈ, ਬੜਾ ਮੁਸੀਬਤ ਆ ਗਈ। ਫਿਰ ਸਕੂਲ ਤੋਂ ਛੱਡ ਕੇ ਜਦੋਂ ਕਾਲਜ ਗਏ ਤੁਸੀਂ, ਤਾਂ ਤੁਹਾਨੂੰ ਪ੍ਰੋਬਲਮਸ ਕਈ ਤਰੀਕੇ ਦੀਆਂ ਆਈਆਂ। ਕਾਲਜ ਛੱਡ ਕੇ ਤੁਸੀਂ ਜਦੋਂ ਹੁਣ ਗ੍ਰੈਜੂਏਸ਼ਨ ਕਰਨ ਲਈ ਹੌਸਟਲ ਵਿੱਚ ਆ ਗਏ, ਫਿਰ ਤੁਹਾਨੂੰ ਲੱਗਾ ਕਿ ਬੜੀ ਮੁਸੀਬਤ ਹੈ, ਉਹ ਰੈਗਿੰਗ ਹੋਈ, ਫਿਰ ਬਾਹਰ ਰਹਿਣਾ ਪੈ ਗਿਆ, ਫਿਰ ਬਾਹਰ ਦਾ ਖਾਣਾ ਪੈ ਗਿਆ, ਘਰੋਂ ਦੂਰ ਜਾਣਾ ਪੈ ਗਿਆ। ਅਜੇ ਤਾਂ ਤੁਸੀਂ ਇੱਥੇ ਹੀ, ਅਭੀ ਤੋਂ ਪਾਰਟੀ ਸ਼ੁਰੂ हुई है बेटा, आगे आगे देखो क्या होता है। जो ਤੁਹਾਡੀ ਨੌਕਰੀ ਲੱਗੇਗੀ, ਫਿਰ ਹੋਰ ਤਰੀਕੇ ਦੀਆਂ ਪ੍ਰੋਬਲਮਸ ਆ ਜਾਣਗੀਆਂ। ਜਦੋਂ ਵਿਆਹ ਹੋ ਜਾਏਗਾ, ਫਿਰ ਹੋਰ ਤਰੀਕੇ ਦੀਆਂ ਪ੍ਰੋਬਲਮਸ ਆ ਜਾਣਗੀਆਂ। ਐਂਡ ਸਾਰੀ ਜਵਾਨੀ ਨਿਕਲ ਜਾਏਗੀ, ਫਿਰ ਬੁੱਢੇ ਹੋ ਜਾਓਗੇ, ਫਿਰ ਹੋਰ ਤਰੀਕੇ ਦੀਆਂ ਪ੍ਰੋਬਲਮਸ ਆ ਜਾਣਗੀਆਂ। ਇਹ ਸਾਰਾ ਇੱਕ ਜਿਹੜਾ ਚੱਲ ਰਿਹਾ ਹੈਗਾ ਪ੍ਰਵਾਹ, ਇਹਦੇ ਵਿੱਚ ਅਸੀਂ ਦੇਖਦੇ ਹਾਂ ਜਦੋਂ ਵੀ ਚੇਂਜ ਆਉਂਦੀ ਹੈ, ਔਰ ਚੇਂਜ ਨੇ ਤਾਂ ਆਣਾ ਹੀ ਆਣਾ ਹੈ, ਚੇਂਜ ਨੂੰ ਕੋਈ ਰੋਕ ਨਹੀਂ ਸਕਦਾ, ਇਟ ਇਜ਼ ਇਨਐਵਿਟੇਬਲ, ਇਟ ਇਜ਼ ਇਸੈਂਸ਼ੀਅਲ। ਪਰ ਜਦੋਂ ਵੀ ਚੇਂਜ ਆਉਂਦੀ ਹੈ, ਅਸੀਂ ਚੇਂਜ ਨੂੰ ਐਕਸੈਪਟ ਨਹੀਂ ਕਰਦੇ। ਸਾਡਾ ਮਾਈਂਡ ਰਿਲਕਟੈਂਟ ਹੈ, ਹਮੇਸ਼ਾ ਰਿਲਕਟੈਂਸ ਟੂ ਦ ਚੇਂਜ, ਔਰ ਇਹ ਰਿਲਕਟੈਂਸ ਸਾਡੇ ਲਈ ਹਮੇਸ਼ਾ ਐਂਗਜ਼ਾਇਟੀ, ਸਾਡੇ ਲਈ ਬਹੁਤ ਵੱਡੀ ਟੈਨਸ਼ਨ, ਔਰ ਸਾਡੇ ਲਈ ਬਹੁਤ ਵੱਡੀ ਇੱਕ ਸਟ੍ਰੈਸ ਦਾ ਕਾਰਨ ਬਣ ਜਾਂਦਾ ਹੈਗਾ। ਤੀਸਰਾ ਪ੍ਰੋਬਲਮ, ਆਪਾਂ ਸਾਰੇ ਤੁਹਾਨੂੰ ਦੱਸਿਆ ਸੀਗਾ ਕਿ ਨੈਗੇਟਿਵਿਟੀ ਦੀ ਅਸੀਂ ਦੇਖ ਲਿਆ, ਨੈਗੇਟਿਵਿਟੀ ਤੋਂ ਸਿਵਾ ਅਸੀਂ ਦੇਖ ਲਿਆ ਸਾਡੇ ਨਾਲ ਚੇਂਜ ਦੀ ਜਿਹੜੀ ਐਕਸੈਪਟੈਂਸ ਹੈਗੀ ਹੈ ਜਾਂ ਨਾਨ ਐਕਸੈਪਟੈਂਸ ਹੈ, ਉਹ ਸਾਡੀ ਹੈ। ਤੀਸਰਾ ਇਜ਼ ਦ ਪ੍ਰੋਬਲਮ ਵਿਦ ਸੈਲਫਿੰਗ। ਸੈਲਫਿੰਗ ਦਾ ਮਤਲਬ ਕੀ ਹੈ? ਅਸੀਂ ਆਪਣੇ ਆਪ ਨੂੰ ਹਮੇਸ਼ਾ ਦੂਸਰਿਆਂ ਦੇ ਨਾਲ ਕੰਪੇਅਰ ਕਰਦੇ ਰਹਿੰਦੇ ਹਾਂ। ਅਸੀਂ ਦੇਖਦੇ ਹਾਂ ਜਿਵੇਂ ਕਿ ਜੰਗਲਾਂ ਦੇ ਵਿੱਚ ਇੱਕ ਅਲਫਾ ਮੇਲ ਹੁੰਦਾ ਹੈ, ਜਿਹੜਾ ਕਿ ਬਾਕੀ ਦੇ ਪੂਰਿਆਂ ਜਾਨਵਰਾਂ ਨਾਲੋਂ ਸਟਰੋਂਗਰ ਹੁੰਦਾ ਹੈ, ਅਟਰੈਕਟਿਵ ਹੁੰਦਾ ਹੈ, ਔਰ ਸਾਰਿਆਂ ਦਾ ਲੀਡਰ ਬਣ ਜਾਂਦਾ ਹੈ। ਹਰ ਇੱਕ ਨੂੰ ਇਹ ਲੱਗਦਾ ਹੈ, ਹਰ ਇੱਕ ਜਾਨਵਰ ਨੂੰ, ਬਾਂਦਰ ਨੂੰ, ਹਰ ਇੱਕ ਬਿੱਲੇ ਨੂੰ ਇਹ ਲੱਗਦਾ ਹੈ ਕਿ ਮੈਂ ਵੀ ਸ਼ੇਰ ਵਰਗਾ ਹੋਣਾ ਚਾਹੀਦਾ ਸੀਗਾ ਮੈਨੂੰ। ਉਹ ਅਲਫਾ ਮੇਲ ਹੋਣ ਦੀ ਟੈਂਡੈਂਸੀ ਜਿਹੜੀ ਹੈ, ਉਹ ਅਸੀਂ ਹਮੇਸ਼ਾ ਆਪਣੇ ਆਪ ਨੂੰ ਕੰਪੇਅਰ ਕਰਦੇ ਰਹਿੰਦੇ ਹਾਂ, ਔਰ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਉਹ ਸਾਡੇ ਵਿੱਚ ਪਰਫਾਰਮੈਂਸ ਐਂਗਜ਼ਾਇਟੀ ਵੀ ਰਹਿੰਦੀ ਹੈ, ਬਿਕੋਜ਼ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ, ਅਸੀਂ ਦੇਖਦੇ ਹਾਂ ਕਿ ਫਲਾਣਾ ਬੰਦਾ ਮੇਰੇ ਤੋਂ ਜ਼ਿਆਦਾ ਹੈਂਡਸਮ ਹੈ, ਫਲਾਣਾ ਬੰਦਾ ਮੇਰੇ ਤੋਂ ਜ਼ਿਆਦਾ ਸਮਾਰਟ ਹੈ, ਫਲਾਣੇ ਬੰਦੇ ਕੋਲ ਮੇਰੇ ਤੋਂ ਜ਼ਿਆਦਾ ਪੈਸੇ ਹੈ, ਮੇਰੇ ਤੋਂ ਜ਼ਿਆਦਾ ਪੋਜੀਸ਼ਨ ਹੈ, ਔਰ ਮੇਰੇ ਤੋਂ ਬੈਟਰ ਪਰਫਾਰਮ ਕਰ ਰਿਹਾ ਹੈ, ਇਸ ਕਰਕੇ ਮੈਂ ਵੀ ਇਹਨੂੰ ਬੀਟ ਕਰਨਾ ਹੈ। ਉਸ ਸਟ੍ਰੈਸ ਦੇ ਵਿੱਚ ਆ ਜਾਂਦਾ ਹੈ। ਔਰ ਜੇ ਤੁਸੀਂ ਬੀਟ ਕਰ ਵੀ ਲਿਆ, ਜੇ ਇੱਕ ਵਾਰੀ ਚੈਂਪੀਅਨ ਬਣ ਗਏ, 2 ਵਾਰੀ ਚੈਂਪੀਅਨ ਬਣ ਗਏ, 3 ਵਾਰੀ ਚੈਂਪੀਅਨ ਬਣ ਗਏ, ਅਲਟੀਮੇਟਲੀ ਕਿਸੇ ਹੋਰ ਨੇ ਤੁਹਾਡੀ ਆ ਕੇ ਜਗ੍ਹਾ ਲੈਣੀ ਹੈ। ਯੂ ਕੈਨ ਨਾਟ ਬੀ ਚੈਂਪੀਅਨ ਫॉर ਐਵਰ। ਉਹ ਵੀ ਸਾਡੇ ਮਾਈਂਡ ਦੇ ਉੱਤੇ, ਜੇ ਆਪਾਂ ਟੌਪ ਤੇ ਪਹੁੰਚ ਗਏ ਤਾਂ ਟੌਪ ਤੇ ਰਹਿਣ ਦੀ ਸਾਨੂੰ ਐਂਗਜ਼ਾਇਟੀ, ਜੇ ਟੌਪ ਤੇ ਨਹੀਂ ਪਹੁੰਚੇ ਤਾਂ ਟੌਪ ਤੇ ਪਹੁੰਚਣ ਦੀ ਐਂਗਜ਼ਾਇਟੀ। ਇਹ ਸਾਡਾ ਤੀਸਰਾ ਕਾਰਨ ਹੈਗਾ ਹੈ, ਜਿਸ ਕਰਕੇ ਅਸੀਂ ਹਮੇਸ਼ਾ ਟੈਨਸ਼ਨ ਵਿੱਚ ਰਹਿੰਦੇ ਹਾਂ। ਦੁਬਾਰਾ ਤੋਂ ਦੇਖ ਲਈਏ, ਪਹਿਲਾ ਕਾਰਨ ਨੈਗੇਟਿਵਿਟੀ ਸਟਿਕ ਕਰ ਜਾਂਦੀ ਹੈ, ਦੂਸਰਾ ਜੋ ਚੇਂਜ ਹੋ ਰਿਹਾ ਹੈ ਅਸੀਂ ਉਹ ਚੇਂਜ ਨੂੰ ਐਕਸੈਪਟ ਨਹੀਂ ਕਰਦੇ, ਔਰ ਤੀਸਰਾ ਅਸੀਂ ਹਮੇਸ਼ਾ ਲੋਕਾਂ ਦੇ ਨਾਲ ਕੰਪੇਅਰ ਕਰਦੇ ਰਹਿੰਦੇ ਹਾਂ ਕਿ ਫਲਾਣੇ ਕੋਲ ਤਾਂ ਆਡੀ ਹੈਗੀ ਹੈ, ਮੇਰੇ ਕੋਲ ਤਾਂ ਖਾਲੀ ਉਸ ਤੋਂ ਥੱਲੇ ਵਾਲੀ ਗੱਡੀ ਹੈਗੀ ਹੈ, ਉਹਦੇ ਕੋਲ ਤਾਂ BMW ਆ ਗਈ, ਠੀਕ ਹੈ, ਕੋਈ ਗੱਲ ਨਹੀਂ, ਚੰਗੀ ਗੱਲ ਹੈ ਆ ਗਈ, ਪਰ ਤੁਸੀਂ ਇਸ ਚੀਜ਼ ਨੂੰ ਲੈ ਕੇ ਆਪਣੇ ਮਾਈਂਡ ਤੇ ਇੰਨਾ ਭਾਰ ਕਿਉਂ ਇਕੱਠਾ ਕਰ ਰਹੇ ਹੋ? ਇਹ ਸਾਡੀ ਇੱਕ ਇਨਸਟਿੰਕਟ ਹੈਗੀ ਹੈ। ਅਲਟੀਮੇਟਲੀ ਸਾਰਿਆਂ ਨੇ ਜਾਣਾ ਹੈ, ਮਰਨਾ ਹੈ, ਪਹਿਲਾ ਮਰਨ ਕਬੂਲ, जीवन की छड़े आस, हो सबना की रैन का तो आओ हमारे पास। ਇਹ ਮਰਨਾ ਵੀ ਅਸੀਂ ਕਬੂਲ ਕਰਨਾ ਹੈ। ਫਿਰ ਮਰਨ ਦੀ ਐਂਗਜ਼ਾਇਟੀ, ਸਾਰਾ ਕੁਝ ਮਿਲ ਜਾਏ ਤਾਂ ਹਾਏ ਕਿਤੇ ਮਰ ਨਾ ਜਾਈਏ। ਲੋਕੀ ਨਸ਼ਾ ਪੱਤਾ ਜੋ ਕਰਦੇ ਆ, दारू ਪੀਂਦੇ ਆ, ਇਸ ਕਰਕੇ ਪੀਂਦੇ ਆ ਕਿ ਉਹ ਅੱਜ ਜੋ ਉਹਨਾਂ ਕੋਲ ਹੈ ਉਹ ਉਹਨਾਂ ਨੂੰ ਮਨਜ਼ੂਰ ਨਹੀਂ, ਉਹਨਾਂ ਨੂੰ ਐਕਸੈਪਟੇਬਲ ਨਹੀਂ ਹੈ। ਜੋ ਮੇਰੇ ਕੋਲ ਹੈ ਉਸ ਚੀਜ਼ ਨੂੰ ਭੁਲਾ ਲੈਣਾ ਚਾਹੁੰਦੇ ਆ। वो सोचते हैं कि मेरा भेजा शोर करता है, गोली मारो भेजे को, ये भेजा शोर करता है। ए मैं भेजे ਨੂੰ ਕਿਸੇ ਤਰੀਕੇ ਨਾਲ ਆਪਣੇ ਦਿਮਾਗ ਦੇ ਵਿੱਚ ਜਿਹੜੀ ਮੇਰੀ ਇੰਨੀ ਹਲਚਲ ਚੱਲ ਰਹੀ ਹੈ ਇਹਨੂੰ ਮੈਂ ਸ਼ਾਂਤ ਕਰ ਦਿਆਂ, ਤਾਂ ਉਹ दारू ਪੀਣੀ ਸ਼ੁਰੂ ਕਰ ਦਿੰਦਾ, ਉਹ ਚਿੱਟਾ ਖਾਣਾ ਸ਼ੁਰੂ ਕਰ ਦਿੰਦਾ ਹੈ, ਅਫੀਮ ਲੈਣੀ ਸ਼ੁਰੂ ਕਰ ਦਿੰਦਾ, ਜਿਹਨੂੰ ਆਪਾਂ ਸਿੰਪਲ ਵਰਡਸ ਦੇ ਵਿੱਚ ਕਹਿੰਦੇ ਆ ਸਬਸਟੈਂਸ ਅਬਿਊਜ਼। ਉਹ ਇਸੇ ਕਰਕੇ ਸਬਸਟੈਂਸ ਅਬਿਊਜ਼ ਕਰ ਰਿਹਾ ਹੈ ਕਿਉਂਕਿ ਉਹਨੇ ਅੱਜ ਜੋ ਹੈ ਉਹਨੂੰ ਸਵੀਕਾਰ ਨਹੀਂ ਕੀਤਾ, ਉਹਨੂੰ ਸਵੀਕਾਰ ਨਹੀਂ ਕੀਤਾ। ਉਹ ਅਜੇ ਰੱਬ ਦੇ ਭਾਣੇ ਵਿੱਚ ਨਹੀਂ ਆਇਆ।
ਹੁਣ ਇਸ ਤੋਂ ਪਹਿਲਾਂ ਕਿ ਵੈਸੇ ਮੈਂ ਤੁਹਾਨੂੰ ਕਾਫੀ ਹਿੰਟ ਦੇ ਦਿੱਤਾ ਹੈ ਇਹਦਾ ਨਿਵਾਰਣ ਕਿਵੇਂ ਹੈ, ਇਹਦਾ ਇਸ ਚੋਂ ਨਿਕਲਣਾ ਕਿਵੇਂ ਹੈ, ਪਰ ਇਸ ਤੋਂ ਪਹਿਲਾਂ ਆਪਾਂ ਦੇਖ ਲਈਏ ਕਿ ਇੱਕ ਵਰਡ ਆਉਂਦਾ ਹੈ ਐਂਜ਼ਾਈਟੀ ਡਿਸਆਰਡਰ। ਇਹ ਐਂਜ਼ਾਈਟੀ ਡਿਸਆਰਡਰ ਇਜ਼ ਡਿਫਰੈਂਟ ਫਰੋਮ ਐਂਜ਼ਾਈਟੀ। ਐਂਜ਼ਾਈਟੀ ਡਿਸਆਰਡਰ ਇਜ਼ ਨਾਟ ਸੇਮ ਐਜ਼ ਐਂਜ਼ਾਈਟੀ। ਐਂਜ਼ਾਈਟੀ ਹੈ ਮਾਈਂਡ ਦੇ ਵਿੱਚ ਇੱਕ ਚੀਜ਼ ਹੈ, ਐਂਜ਼ਾਈਟੀ ਡਿਸਆਰਡਰ ਹੈ ਉਹ ਇਸ ਤੋਂ ਵੀ ਬਹੁਤ ਵੱਡੀ ਮਾੜੀ ਚੀਜ਼ ਹੈ ਜਿਹਨੂੰ ਆਪਾਂ ਐਂਜ਼ਾਈਟੀ ਡਿਸਆਰਡਰ ਕਹਿੰਦੇ ਆ। ਐਂਜ਼ਾਈਟੀ ਡਿਸਆਰਡਰ ਕੀ ਹੈ? ਮੰਨ ਲਓ ਮੈਂ 150 ਬੰਦੇ 200 ਬੰਦੇ ਹਾਲ ਵਿੱਚ ਹੈ ਔਰ ਉਹਨਾਂ ਦੇ ਸਾਹਮਣੇ ਜਾ ਕੇ ਸਟੇਜ ਤੇ ਮਾਈਕ ਤੇ ਬੋਲਣਾ ਹੈ। ਜਦੋਂ ਮੈਂ ਪਹਿਲੀ ਵਾਰੀ ਗਿਆ ਸੀਗਾ ਤਾਂ ਮੇਰੀਆਂ ਲੱਤਾਂ ਵੀ ਕੰਬ ਰਹੀਆਂ ਸੀ, ਮੇਰੀ ਆਵਾਜ਼ ਵੀ ਪੂਰੀ ਤਰੀਕੇ ਨਾਲ ਨਹੀਂ ਨਿਕਲ ਰਹੀ ਸੀ, ਮੇਰਾ ਗਲਾ ਵੀ ਸੁੱਕ ਰਿਹਾ ਸੀ, ਮੈਨੂੰ ਪਸੀਨਾ ਵੀ ਆ ਰਿਹਾ ਸੀ, ਮੇਰੇ ਤੋਂ ਬੋਲਿਆ ਵੀ ਨਹੀਂ ਠੀਕ ਤਰੀਕੇ ਨਾਲ ਜਾ ਰਿਹਾ ਸੀ। ਔਰ ਪਹਿਲੇ ਜਦੋਂ ਮੈਂ ਜਾ ਕੇ ਮਾਈਕ ਦੇ ਸਾਹਮਣੇ ਹੈਲੋ ਬੋਲੀ, ਉਹ ਮਾਈਕ ਦੀ ਆਵਾਜ਼ ਜਿਵੇਂ ਕਿ ਹਾਲ ਦੇ ਵਿੱਚ ਗੂੰਜ ਕੇ ਵਾਪਸ ਆਈ, ਉਹ ਮੈਨੂੰ ਬੜੀ ਅਜੀਬ ਜੀ ਲੱਗੀ। ਮੈਂ ਉਦੋਂ ਸ਼ਾਇਦ 7th ਸਟੈਂਡਰਡ ਜਾਂ 6th ਸਟੈਂਡਰਡ ਵਿੱਚ ਹੋਵਾਂਗਾ ਔਰ ਉਦੋਂ ਮੈਨੂੰ ਲੱਗਿਆ ਕਿ ਇਹ ਪਬਲਿਕ ਸਪੀਕਿੰਗ ਵਾਲਾ ਕੰਮ ਜਿਹੜਾ ਹੈ ਪੂਰੇ ਅਸੈਂਬਲੀ ਦੇ ਵਿੱਚ ਬਾਕੀ ਸਾਰੇ ਸਟੂਡੈਂਟਸ ਸਾਹਮਣੇ, ਪ੍ਰਿੰਸੀਪਲ ਮੈਮ ਵੀ ਬੈਠੇ ਹੈ, ਟੀਚਰਸ ਵੀ ਬੈਠੇ ਹੈ, ਪੀਟੀ ਸਰ ਵੀ ਬੈਠੇ ਹੈ ਜਿਨ੍ਹਾਂ ਤੁਸੀਂ ਬਹੁਤ ਡਰਦੇ ਹੁੰਦੇ ਸੀਗੇ, ਉਹ ਸਾਰਿਆਂ ਦੇ ਸਾਹਮਣੇ ਬੋਲਣਾ, ਇੰਗਲਿਸ਼ ਦੇ ਵਿੱਚ ਬੋਲਣਾ, ਇੱਕ ਸੈਂਟੈਂਸ ਤੋਂ ਬਾਅਦ ਦੂਸਰਾ ਸੈਂਟੈਂਸ, ਦੂਸਰੇ ਤੋਂ ਬਾਅਦ ਤੀਸਰਾ ਸੈਂਟੈਂਸ, ਉਹ ਅੱਖਾਂ ਦੇ ਅੱਗੇ ਹਨੇਰਾ ਜਿਹਾ ਛਾ ਗਿਆ, ਉਹ ਦਿਮਾਗ ਨੇ ਕੰਮ ਕਰਨਾ ਬੰਦ ਕਰਤਾ, ਗਲਾ ਮੇਰਾ ਸੁੱਕ ਗਿਆ। ਮੈਨੂੰ ਲੱਗਿਆ ਕਿ ਇਹ ਮੇਰੇ ਵੱਸ ਦਾ ਰੋਗ ਨਹੀਂ ਹੈ। ਕਿਸੇ ਤਰੀਕੇ ਨਾਲ ਕੰਬਦੇ ਕੰਬਦੇ ਹੱਥਾਂ ਦੇ ਨਾਲ ਮੈਂ ਜੇਬ ਚੋਂ ਜਿਹੜਾ ਨਿਊਜ਼ ਪੜ੍ਹਨੀ ਹੁੰਦੀ ਸੀ ਕਿਸੇ ਸਟੇਜ ਤੇ, ਤੁਸੀਂ ਵੀ ਪੜ੍ਹਦੇ ਹੋਵੋਗੇ, ਉਹ ਖੋਲ ਕੇ ਦੇਖ ਕੇ ਮਾੜਾ ਮੋਟਾ ਇੱਕ ਅੱਧਾ ਸੈਂਟੈਂਸ ਉੱਤੇ ਥੱਲੇ ਕਰਕੇ ਗੁੱਡ ਮਾਰਨਿੰਗ ਤੋਂ ਲੈ ਕੇ ਥੈਂਕ ਯੂ ਕਰਕੇ ਫਟਾਫਟ ਸਟੇਜ ਤੋਂ ਥੱਲੇ ਉਤਰਨ ਦੀ ਕੀਤੀ। ਉਹ ਮੇਰਾ ਪਹਿਲਾ ਐਕਸਪੀਰੀਅੰਸ ਸੀਗਾ ਐਜ਼ ਅ ਪਬਲਿਕ ਸਪੀਕਰ। ਔਰ ਉਸ ਤੋਂ ਬਾਅਦ ਜਦੋਂ ਮੈਨੂੰ ਮੇਰੇ ਗ੍ਰੈਂਡ ਪੇਰੈਂਟਸ ਨੇ ਕਿਹਾ ਕਿ ਨਹੀਂ ਤੇ ਦੁਬਾਰਾ ਜਾ ਕੇ ਨਿਊਜ਼ ਪੜ੍ਹਨੀ ਹੈ, ਤਾਂ ਮੈਂ ਬੜੇ ਬਹਾਨੇ ਮਾਰੇ ਕਿ ਨਹੀਂ 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 ਨਿਊਜ਼ ਨਹੀਂ ਪੜ੍ਹਨੀ, ਮੈਂ ਨਿਊਜ਼ ਨਹੀਂ ਪੜ੍ਹਨੀ। ਉਹ ਨਿਊਜ਼ ਪੜ੍ਹਨਾ ਇੱਕ ਪਬਲਿਕ ਸਪੀਕਿੰਗ ਦਾ ਇੱਕ ਸਾਡੇ ਪਲੇਟਫਾਰਮ ਸਕੂਲ 'ਚ ਹੁੰਦਾ ਸੀਗਾ। ਹੁਣ ਚੱਕਰ ਕੀ ਹੈ ਕਿ ਇਜ਼ ਬੀਇੰਗ ਐਂਕਸ਼ੀਅਸ ਓਕੇ? ਆਂਸਰ ਇਜ਼ ਯੈਸ। ਬੀਇੰਗ ਐਂਕਸ਼ੀਅਸ ਇਜ਼ ਨਾਟ ਐਂਕਸ਼ੀਅਸ ਡਿਸਆਰਡਰ। ਇਹ ਇਸ ਤਰੀਕੇ ਨਾਲ ਨਰਵਸ ਹੋਣਾ ਬਿਲਕੁਲ ਸੁਭਾਵਿਕ ਹੈ, ਪਰ ਇਹ ਜਿਹੜਾ ਐਂਜ਼ਾਈਟੀ ਡਿਸਆਰਡਰ ਕੀ ਹੈ ਦੇਖਦੇ ਆ। ਮੈਨੂੰ ਪਤਾ ਹੈ ਮੈਂ ਜਦੋਂ ਪਹਿਲੀ ਫਲਾਈਟ ਲਈ ਸੀ ਬਹੁਤ ਮੈਂ ਡਰਿਆ ਸੀਗਾ। ਮੈਨੂੰ ਯਾਦ ਹੈ ਇਹ 1988 ਦੀ ਗੱਲ ਹੈ, ਮੈਂ ਗ੍ਰੈਜੂਏਸ਼ਨ ਕਰ ਲਈ ਸੀ, ਮੈਂ ਮਲਟੀਨੈਸ਼ਨਲ ਕੰਪਨੀ 'ਚ ਨੈਸਲੇ 'ਚ ਜੌਬ ਕਰਦਾ ਸੀਗਾ ਔਰ ਉਹਨਾਂ ਨੇ ਮੈਨੂੰ ਪੂਨੇ ਭੇਜਣਾ ਸੀਗਾ 1988 ਦੇ ਵਿੱਚ। ਔਰ ਮੈਨੂੰ ਉਹਨਾਂ ਨੇ ਪੂਨੇ ਭੇਜਣ ਵਾਸਤੇ ਫਲਾਈਟਸ ਬੁੱਕ ਕਰਾਈਆਂ। ਮੇਰੀ ਪਹਿਲੀ ਜ਼ਿੰਦਗੀ ਦੀ ਫਲਾਈਟ ਸੀਗੀ ਪਿੰਡ ਸਾਹਨੇਵਾਲ ਹੈਗਾ ਲੁਧਿਆਣੇ ਦੇ ਕੋਲ, ਉਹਦੇ ਨੇੜੇ ਲੁਧਿਆਣੇ ਦਾ 에ਅਰਪੋਰਟ ਹੈ, ਸ਼ਾਇਦ ਤੁਹਾਨੂੰ ਪਤਾ ਹੋਏ। ਉੱਥੋਂ ਦੀ ਇੱਕ ਛੋਟਾ 에ਅਰਕ੍ਰਾਫਟ ਸੀਗਾ, ਬਿਲਕੁਲ ਛੋਟਾ ਜਿਹਾ 에ਅਰਕ੍ਰਾਫਟ, 17 ਬੰਦੇ ਬੈਠਦੇ ਸੀ ਉਹਦੇ ਵਿੱਚ, 17 ਬੰਦੇ, ਇੱਕ 에ਅਰ ਹੋਸਟੈਸ, 2 ਪਾਇਲਟ, ਇਸ ਤਰ੍ਹਾਂ ਕਰਕੇ 20 ਬੰਦੇ ਟੋਟਲ ਉਹਦੇ ਵਿੱਚ ਬੈਠ ਸਕਦੇ ਸੀਗੇ। ਉਹ ਸੈਸਨਾ 에ਅਰਕ੍ਰਾਫਟ ਜਾਂ ਕੁਛ ਇਹੋ ਜਿਹਾ 에ਅਰਕ੍ਰਾਫਟ ਸੀਗਾ, ਮੈਨੂੰ ਪੂਰਾ ਮਾਡਲ ਨਹੀਂ ਯਾਦ। ਉਹਦੀ ਪਹਿਲੀ ਫਲਾਈਟ ਸੀ ਫਰੋਮ ਸਾਨੇਵਾਲ ਟੂ ਦਿੱਲੀ। ਉਸ ਤੋਂ ਬਾਅਦ ਫਿਰ ਬੋਇੰਗ ਵਿੱਚ ਬੈਠਿਆ ਮੈਂ ਫਰੋਮ ਦਿੱਲੀ ਟੂ ਪੁਣੇ। 에ਅਰ ਇੰਡੀਆ ਹੁੰਦੀ ਸੀਗੀ, ਅੱਜ ਕੱਲ੍ਹ ਵਾਂਗੂ ਸਿਸਟਮ ਸਾਰੇ ਨਹੀਂ ਸੀਗੇ, ਉਹ ਜਿਵੇਂ ਆਪਾਂ ਉਹਨੂੰ ਕਹਿੰਦੇ ਹੈਗੇ। ਅੱਛਾ, 에ਅਰ ਇੰਡੀਆ ਦਾ ਨਾਮ ਹੀ ਕੁਛ ਹੋਰ ਸੀਗਾ ਉਸ ਵੇਲੇ, ਇੰਡੀਅਨ 에ਅਰਲਾਈਨਸ, ਦੈਟ ਵਾਸ ਕਾਲਡ ਇੰਡੀਅਨ 에ਅਰਲਾਈਨਸ। ਔਰ ਪਹਿਲੀ ਫਲਾਈਟ ਤੇ ਇੰਨਾ ਕੁਛ ਡਰਾ ਦਿੱਤਾ ਮੈਨੂੰ ਮੇਰੇ ਦੋਸਤਾਂ ਨੇ, ਜਿਵੇਂ ਦੋਸਤ ਹੁੰਦੇ ਬੜੇ ਕਮੀਨੇ ਹੁੰਦੇ ਆ, ਦੈਟਸ ਅ ਵਰਡ, ਰਾਈਟ ਵਰਡ ਟੂ ਬੀ ਯੂਜ਼। ਜਾਣ ਜਾਣ ਕੇ ਡਰਾਈ ਜਾਣ ਮੈਨੂੰ, ਕ੍ਰੈਸ਼ ਹੋ ਜਾਏਗਾ, ਮੁੰਦਰੀ ਦਿਖਾਈ, ਤੇਰੀ ਸ਼ਨਾਖਤ ਐ ਕਰਾਂਗੇ, ਤੇਰੀ ਡੈਡ ਬੋਡੀ ਨੂੰ ਐ ਲੈ ਕੇ ਆਵਾਂਗੇ, ਐ ਕਰਾਂਗੇ। ਉਹ ਜਾਣ ਜਾਣ ਕੇ ਡਰਾਈ ਜਾਣ ਮੈਨੂੰ, ਔਰ ਮੇਰੇ ਮਨ 'ਚ ਟੈਨਸ਼ਨ। ਉੱਤੋਂ ਤਾਂ ਮੈਂ ਹੱਸੀ ਜਾ ਰਿਹਾ, ਪਰ ਅੰਦਰ ਅੰਦਰ ਮੇਰੇ ਵੀ ਟੈਨਸ਼ਨ ਬਿਲਡਅਪ ਹੋ ਰਹੀ ਹੈ। ਤਾਂ ਕੀ ਉਹ ਟੈਨਸ਼ਨ ਬਿਲਡਅਪ ਹੋਣੀ ਨਾਰਮਲ ਹੈ? ਆਂਸਰ ਇਜ਼ ਯੈਸ, ਉਹ ਨਾਰਮਲ ਹੈ, ਉਹ ਨਾਰਮਲ ਹੈ। ਫਿਰ ਐਂਜ਼ਾਈਟੀ ਡਿਸਆਰਡਰ ਕੀ ਹੈ? ਐਂਜ਼ਾਈਟੀ ਡਿਸਆਰਡਰ ਡਰਨਾ ਨਹੀਂ, ਐਂਜ਼ਾਈਟੀ ਡਿਸਆਰਡਰ ਪਬਲਿਕ ਸਪੀਕਿੰਗ ਤੋਂ ਡਰਨਾ ਨਹੀਂ, ਐਂਜ਼ਾਈਟੀ ਡਿਸਆਰਡਰ ਫਲਾਈਟ ਤੋਂ ਡਰਨਾ ਨਹੀਂ, ਉਹ ਐਂਜ਼ਾਈਟੀ ਡਿਸਆਰਡਰ ਨਹੀਂ ਹੈ। ਐਂਜ਼ਾਈਟੀ ਡਿਸਆਰਡਰ ਉਹ ਹੈ ਕਿ
ਇਸ ਡਰਨ ਕਰਕੇ ਮੈਂ ਪਬਲਿਕ ਸਪੀਕਿੰਗ ਕਰਨ ਤੋਂ ਇਨਕਾਰ ਕਰ ਦਿਆਂ, ਜਾਂ ਮੈਂ ਡਰ ਦੇ ਮਾਰੇ ਫਲਾਈਟ ਤੇ ਹੀ ਨਾ ਜਾਵਾਂ, ਮੈਂ ਨਹੀਂ ਜਾਂਦਾ ਫਲਾਈਟ ਤੇ, ਮੈਨੂੰ ਡਰ ਲੱਗਦਾ ਹੈ। डरना इज ओके, डर के आगे जीत है। डरना है, डर आना बिल्कुल ठीक है, पर डरन करके असी शुभ कर्मन ते कबहू ना डरो। उस तो डर इज ओके, पर डरन करके जो ठीक है वो करन तो इनकार कर देना, वो एंग्जाइटी डिसऑर्डर है। इस चीज ਨੂੰ ਅਸੀਂ ਚੰਗੀ ਤਰ੍ਹਾਂ ਸਮਝ ਲਈਏ। जैसे कि ये निडरता, कई बारी निडरता जिहड़ी हैगी है वो बेवकूफी भी हो सकती है, डरना स्वाभाविक है, बट डरन दे बावजूद जो हिम्मत है, जो करज है वो है कि डर तो लग रहा है, पर डर लगन दे बावजूद भी जो ठीक है मैं वो करांगा, ए करज है। इनू कहते हैं करज, इनू कहते हैं हिम्मत। इस चीज ਨੂੰ देखना बहुत जरूरी है। एस्ट्रोनॉट ਨੂੰ ਪੁੱਛਿਆ ਕਿ ਤੈਨੂੰ ਡਰ ਲੱਗ ਰਿਹਾ, ਉਹ ਕਹਿੰਦਾ ਹਾਂ ਮੈਨੂੰ ਡਰ ਲੱਗ ਰਿਹਾ ਹੈ, ਫਿਰ ਵੀ ਡਰਨ ਦੇ ਬਾਵਜੂਦ ਮੈਂ ਫਲਾਈਟ ਤੇ ਜਾਵਾਂਗਾ, ਮੈਂ ਰਾਕਟ ਦੇ ਵਿੱਚ ਬੈਠਾਂਗਾ, ਮੈਂ ਇਹ ਰਿਸਕ ਲਵਾਂਗਾ। ਸੋ courage is about doing the things that should be done even when you are terrified। ਇਸ ਚੀਜ਼ ਨੂੰ ਅਸੀਂ ਬਹੁਤ ਚੰਗੀ ਤਰੀਕੇ ਨਾਲ ਦੇਖ ਲਈਏ। ਇੱਕ ਚੀਜ਼ ਹੋਰ, आई नो मेरे को 5-7 मिनट 10 मिनट ही होर है मैक्सिमम। एक चीज होंदी है बीइंग सैड एंड एक चीज होंदी है बीइंग डिप्रेशन। हुण आम तौर पे बंदा सोचदा है कि सैड ते डिप्रेशन इको चीज है, बिल्कुल नहीं। जो बंदा सैड है वो लग रहा है मैं दुखी हाँ, ठीक है, पर जदों इस दुख दे विच उन्हों कोई उम्मीद दी किरण नहीं नजर आती, उदों कहते हैं कि वी दिस पर्सन इज नाउ इन डिप्रेशन। सैड होना ठीक है, नॉर्मल है, बंदा कदी सुखी होंदा है, कदी दुखी होंदा है, कदी उदा मन उदास होंदा है, कदी उदा मन चढ़दी कला च होंदा है, कदी ढहंदी कला च होंदा है। पर डिप्रेशन का मतलब है वो कुछ भी ना करके चुपचाप अपने कमरे च कोने च बैठा रहंदा है दिने रात एक थां ते। That is much bigger problem being in depression। वो गल भी नहीं करता, वो किसी को दसदा भी नहीं कि मैं दुखी हाँ, और वो डिप्रेशन दे विच वो कुछ भी कर सकता है ना। मतलब he or she can go to the extent of having lost hope, इतनी ज्यादा उदी उम्मीद उदी छड़ चुका है कि वो अपनी जिंदगी नू खत्म भी कर सकता है, सुसाइड भी कर सकता है। इस करके ਜਦੋਂ ਅਸੀਂ ਮਾਈਂਡਫੁਲਨੈਸ ਦੀ ਗੱਲ ਕਰਦੇ ਹਾਂ, ਮਾਈਂਡਫੁਲਨੈਸ ਦਾ ਮਤਲਬ ਇਹ ਹੈ ਕਿ ਅਸੀਂ ਜੇ ਦੁੱਖ ਹੈ ਤਾਂ ਦੁੱਖ ਨੂੰ ਵੀ ਸਵੀਕਾਰ ਕਰੀਏ, ਜੋ ਸੁੱਖ ਹੈ ਅਸੀਂ ਸੁੱਖ ਨੂੰ ਵੀ ਸਵੀਕਾਰ ਕਰੀਏ। ਇਸ ਚੀਜ਼ ਜੋ ਵੀ ਜਿਸ ਤਰ੍ਹਾਂ ਵੀ ਹੈ ਉਸ ਦੇ ਰੱਬ ਦਾ ਭਾਣਾ ਮੰਨ ਕੇ ਉਹਨੂੰ ਐਕਸੈਪਟ ਕਰੀਏ। ਐਕਸੈਪਟੈਂਸ ਦੀ ਮੂਰਤ ਤੁਸੀਂ ਦੇਖ ਰਹੇ ਹੋ ਇਸ ਵੇਲੇ ਸਟੇਜ ਤੇ ਇੱਕ ਛੋਟਾ ਜਿਹਾ ਕਤੂਰਾ ਪਪੀ ਹੈ, बहुत क्यूट है। मोस्ट ऑफ यू हु आर डॉग लवर्स, जिन्होंने बहुत ही चिड़ नहीं बचती कुत्तियां नूं देख के, वो छोटे कतूरे नूं देख के बहुत खुश होंदे हैं। जदों छोटा कतूरा साडे घर च पहली बारी आया, सानू लग्या इन्ना प्यारा, इन्ना क्यूट, इन्ना स्वीट। हुण यह कतूरा कदी कदी दंदी भी मार लैंदा है, यह कतूरा गलत थां ते पोटी भी कर दिंदा है, गलत थां ते सुसू भी कर दिंदा है, राती उठ के चूं चूं भी करन लग जाता है, यह आके बिस्तरे दे विच मेरे सराणे दे विच आके मेरे नाल सौ जाता है। मैं इहदियां 100 गलतियां माफ कर देना, क्यों? क्योंकि मैनू प्यारा बड़ा लगता है। मैं इस कतूरे नू एक्सेप्ट कर लिया, मैं इस पपी नू एक्सेप्ट कर लिया। मैं देख लिया कि जो जा भी है पर यह बहुत ही भोला है, यह बहुत ही इनोसेंट है, बहुत ही क्यूट है। मैनू इहदियां सारियां हरकतां मंजूर है, भावें यह जो मर्जी गंद भी पा दिंदा है, दंदी भी मारदा है, चट्टी भी जाता है, मूँह चट्टी जाता आके सुते पे दा, चलो कोई गल नहीं। मैं कहना चलो कोई गल नहीं। क्यों? क्योंकि असी इहनू स्वीकार कर लिया है। इस तरीके नाल असी अपने आप नू भी स्वीकार करिए। इस तरीके नाल असी देखिए कि साडा माइंड भी सानू तंग करदा है, गलत थां ते गंदगी फैला दिंदा है। साडा माइंड भी साडियां गल्लां नू नहीं सुनदा, डिसिप्लिन विच नहीं रहिंदा,
ਸਾਡਾ ਮਾਈਂਡ ਸਾਨੂੰ ਦੁਖੀ ਕਰਦਾ ਹੈ, ਫਿਜ਼ੀਕਲ ਪੇਨ ਹੈ, ਡਿਪਰੈਸ਼ਨ ਹੈ, ਜੋ ਕੁਝ ਵੀ ਹੈ, ਅਸੀਂ ਉਸ ਨੂੰ ਵੀ ਇਸ ਤਰੀਕੇ ਨਾਲ ਹੀ ਸਵੀਕਾਰ ਕਰੀਏ ਜਿਵੇਂ ਅਸੀਂ ਇਹ ਛੋਟੇ ਜਿਹੇ ਪਿਆਰੇ ਜਿਹੇ ਕਤੂਰੇ ਨੂੰ ਸਵੀਕਾਰ ਕੀਤਾ ਹੈ। ਇਹ ਕਰਕੇ ਅਸੀਂ ਕਹਿੰਦੇ ਆ ਫਾਈਨਲ ਵਰਡ ਬਿਫੋਰ ਆਈ ਐਂਡ ਕਿ ਮਾਈਂਡਫੁਲਨੈਸ ਕੀ ਹੈ, ਕਿਉਂਕਿ ਕੱਲ ਨੂੰ ਤੁਹਾਨੂੰ ਕੋਈ ਪੁੱਛ ਲੇ ਕਿ ਮੈਡੀ ਸਰ ਨੇ ਘੰਟਾ ਤੁਹਾਡੇ ਨਾਲ ਆਪਣਾ ਵਿਚਾਰ ਸਾਂਝਾ ਕੀਤਾ, ਤੁਸੀਂ ਕੀ ਸਮਝਦੇ ਹੋ? ਆਫਟਰ ਆਲ ਵਾਟ ਇਜ਼ ਮਾਈਂਡਫੁਲਨੈਸ? ਮਾਈਂਡਫੁਲਨੈਸ ਇਜ਼ ਅਵੇਅਰਨੈਸ। ਸਾਨੂੰ ਸਜਗਤਾ ਦੇ ਨਾਲ, ਸਾਨੂੰ ਧਿਆਨ ਦੇ ਨਾਲ ਕਿਹੜੀ ਚੀਜ਼ ਦਾ ਧਿਆਨ ਹੋਣਾ ਚਾਹੀਦਾ ਹੈ, ਕਿਹੜੀ ਚੀਜ਼ ਦੀ ਸਜਗਤਾ ਹੋਣੀ ਚਾਹੀਦੀ ਹੈ, ਕਿਹੜੀ ਚੀਜ਼ ਦੀ ਅਵੇਅਰਨੈਸ ਹੋਣੀ ਚਾਹੀਦੀ ਹੈ ਆਫ ਦ ਪ੍ਰੈਜ਼ੈਂਟ ਐਕਸਪੀਰੀਅੰਸ। ਇਸ ਵੇਲੇ ਮੇਰੇ ਨਾਲ ਕੀ ਹੋ ਰਿਹਾ ਹੈ, ਇਸ ਵੇਲੇ ਮੇਰੀ ਬਾਡੀ ਦੇ ਵਿੱਚ ਕੀ ਚੱਲ ਰਿਹਾ ਹੈ, ਇਸ ਵੇਲੇ ਮੇਰੇ ਦਿਮਾਗ ਦੇ ਵਿੱਚ ਕਿਹੋ ਜਿਹੇ ਫੁਰਨੇ ਆ ਰਹੇ ਹੈ, ਕੀ ਮੈਂ ਇਹਨਾਂ ਦੇ ਪ੍ਰਤੀ ਸਜਗ ਹਾਂ, ਕੀ ਮੈਨੂੰ ਮੇਰੇ ਧਿਆਨ ਵਿੱਚ ਹੈਗੇ ਹੈ, ਕੀ ਮੈਂ ਇਹਨਾਂ ਦੇ ਪ੍ਰਤੀ ਅਵੇਅਰ ਹੈਗੀ ਹੈ। ਐਂਡ ਸਿਰਫ ਅਵੇਅਰਨੈਸ ਹੀ ਨਹੀਂ ਹੈ, ਵਿਦ ਐਕਸੈਪਟੈਂਸ ਇਹਨੂੰ ਅਸੀਂ ਸਵੀਕਾਰ ਕਰਨਾ ਹੈ ਔਰ ਪਿਆਰ ਦੇ ਨਾਲ ਸਵੀਕਾਰ ਕਰਨਾ ਹੈ, ਇਹਨੂੰ ਗੁਰੂ ਦੇ ਭਾਣੇ ਵਿੱਚ ਰਹਿ ਕੇ ਸਵੀਕਾਰ ਕਰਨਾ ਹੈ। ਅਸੀਂ ਥੈਂਕ ਯੂ ਦਾ ਮੋਡ ਜੋ ਹੈ ਸੋ ਬਹੁਤ ਵਧੀਆ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਇਹਨੂੰ ਪ੍ਰੇਮ ਦੇ ਨਾਲ ਸਵੀਕਾਰ ਕਰਨਾ ਹੈ, ਇਹਨੂੰ ਵੰਡਰ ਦੇ ਨਾਲ, ਵਿਸਮਾਦ ਦੇ ਨਾਲ, ਵਾਓ ਕੀ ਬਾਤ ਹੈ, ਇਹਨੂੰ ਇਹਦਾ ਗਲੋ, ਵੀ ਕਾਲ ਇਟ ਗਲੋ। ਸੋ ਐਕਸੈਪਟੈਂਸ ਵਿਦ ਗ੍ਰੈਟੀਟਿਊਡ, acceptance with love, acceptance with wow, wow। ਅਸੀਂ ਜੋ ਗੱਲ ਕਰਦੇ ਆ ਕਿ ਸਭ ਜਗ੍ਹਾ ਗੁਰੂ ਹੀ ਗੁਰੂ ਹੈ, ਸਭ ਤੇਰਾ ਹੀ ਪਸਾਰਾ ਹੈ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਜੋ ਤੁਧ ਪਾਵੇ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਸ ਅਵਸਥਾ ਵਿੱਚ ਰਹਿਣਾ ਹੀ ਮਾਈਂਡਫੁਲਨੈਸ ਹੈ। ਔਰ ਜੋ ਵੀ ਵਿਅਕਤੀ ਮਾਈਂਡਫੁਲਨੈਸ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ, ਮਾਈਂਡਫੁਲਨੈਸ ਨੂੰ ਪ੍ਰੈਕਟਿਸ ਕਰਨਾ ਸ਼ੁਰੂ ਕਰ ਦਿੰਦਾ ਹੈ, ਰੱਬ ਦੇ ਭਾਣੇ ਵਿੱਚ ਆ ਜਾਂਦਾ ਹੈ ਔਰ ਉਸ ਨੂੰ ਸਾਰੀਆਂ ਚੀਜ਼ਾਂ ਬਹੁਤ ਅੱਛੀਆਂ ਲੱਗਦੀਆਂ ਔਰ ਉਹ ਹਮੇਸ਼ਾ ਉਹਦੇ ਮੁਖ ਤੋਂ ਜੋ ਵੀ ਨਿਕਲਦਾ ਹੈ ਸਦਾ ਵਾਹ ਹੀ ਨਿਕਲਦਾ ਹੈ। ਔਰ ਫਿਰ ਅਸੀਂ ਆਪਣੇ ਗੁਰੂ ਦੀ ਸਿਫਤ ਸਲਾਹ ਕਰਦੇ ਹਾਂ, ਅਸੀਂ ਕਹਿੰਦੇ ਹਾਂ ਵਾਹਿਗੁਰੂ ਵਾਹਿਗੁਰੂ, nothing but ਵਾਹਿਗੁਰੂ, everywhere ਵਾਹਿਗੁਰੂ, every moment ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮਨਜੀਤ ਸਿੰਘ ਜੀ ਵੀਰ ਜੀ ਹੁਣਾਂ ਦਾ, ਪ੍ਰੋਫੈਸਰ ਮਨਜੀਤ ਸਿੰਘ ਜੀ। ਉਹਨਾਂ ਨੇ ਬਾਖੂਬੀ ਆਪਣਾ ਸਬਜੈਕਟ ਜਿਹੜਾ ਹੈ ਉਹ ਆਪ ਜੀ ਸਾਹਮਣੇ ਪੇਸ਼ ਕੀਤਾ। ਅਸੀਂ ਤਿੰਨੇ ਹੀ ਬੁਲਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਹੁਣ ਇਸ ਤੋਂ ਬਾਅਦ ਮੈਂ ਬੇਨਤੀ ਕਰਦਾ ਸਰਦਾਰ ਹਰਕੀਰਤ ਸਿੰਘ ਜੀ ਹੁਣਾਂ ਨੂੰ ਕਿ ਉਹ ਆਪਣੇ ਚੰਦ ਸ਼ਬਦਾਂ ਦੇ ਨਾਲ ਬੱਚਿਆਂ ਨੂੰ ਟਰੱਸਟ ਬਾਰੇ, ਉਹਨਾਂ ਦੇ ਫਿਊਚਰ ਬਾਰੇ ਅਤੇ ਇਸ ਪ੍ਰੋਗਰਾਮ ਬਾਰੇ ਸਾਂਝ ਪਾਉਣ। ਉਸ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਜਿੰਨੇ ਵੀ ਬੱਚੇ ਨੇ ਜਿਨ੍ਹਾਂ ਨੇ ਅੱਜ ਦਾ ਇਹ ਸੈਸ਼ਨ ਸਾਡੇ ਨਾਲ ਜੁਆਇਨ ਕੀਤਾ ਹੈ, ਇਹ ਤਿੰਨੇ ਹੀ ਸਬਜੈਕਟ ਆਪਸ ਦੀ ਰਿਲੇਟਡ ਸਨ। ਉਸ ਤੋਂ ਵਧੀਆ ਗੱਲ ਇਹ ਸੀ ਕਿ ਉਹ ਬੱਚੇ ਪਾਰਟੀਸਪੇਟ ਕਰ ਰਹੇ ਸਨ ਨਾਲ ਦੇ ਨਾਲ ਹੀ ਮੈਸੇਜ ਕਰਕੇ। ਸੋ ਇਸ ਤੋਂ ਸਾਨੂੰ ਪਤਾ ਲੱਗਦਾ ਸੀ ਕਿ ਬੱਚੇ ਜਿਹੜੇ ਨੇ ਜੁੜੇ ਨੇ ਤੇ ਸੁਣ ਰਹੇ ਨੇ। ਸੋ ਬਹੁਤ ਧੰਨਵਾਦ। ਨਾਲ ਹੀ ਬੱਚਿਆਂ ਨੂੰ ਇਹ ਬੇਨਤੀ ਹੈ ਕਿ ਲਿਖਤੀ ਰੂਪ ਦੇ ਵਿੱਚ ਤੁਹਾਨੂੰ ਇਸ ਸੈਸ਼ਨ ਦੇ ਵਿੱਚ ਕਿਹੜੀ ਚੀਜ਼ ਕਿੱਦਾਂ ਲੱਗੀ ਉਹਦੇ ਬਾਰੇ, ਲੈਕਚਰਸ ਦੇ ਪੁਆਇੰਟ ਬਾਰੇ ਜ਼ਰੂਰ ਲਿਖ ਕੇ ਟਰੱਸਟ ਦੇ ਨਾਲ ਤੁਸੀਂ ਟਰੱਸਟ ਨੂੰ ਸੈਂਡ ਕਰਨੇ ਹੋ ਪੁਆਇੰਟ ਜੀ। ਇੱਕ ਵਾਰ ਫਿਰ ਤੋਂ ਬਹੁਤ ਧੰਨਵਾਦ। ਜੇਕਰ ਤੁਸੀਂ ਇਸੇ ਸੈਸ਼ਨ ਨੂੰ, ਇਹਨਾਂ ਲੈਕਚਰਾਂ ਨੂੰ ਦੁਬਾਰਾ ਸੁਣਨਾ ਚਾਹੁੰਦੇ ਜੇ ਜਾਂ ਆਪਣੇ ਮਿੱਤਰਾਂ ਨੂੰ ਸੁਣਾਉਣਾ ਚਾਹੁੰਦੇ ਜੇ, ਇਹ ਲੈਕਚਰ ਜਿਹੜੇ ਨੇ ਅੱਜ YouTube ਚੈਨਲ ਤੋਂ ਵੀ ਲਾਈਵ ਕੀਤਾ ਸੀ। YouTube ਚੈਨਲ ਜਿਹੜਾ ਹੈ ਜੀ ਉਸਦਾ ਨਾਮ ਹੈ ਸਤਨਾਮ ਸਰਵ ਕਲਿਆਣ ਟਰੱਸਟ ਰਜਿਸਟਰ ਚੰਡੀਗੜ੍ਹ। ਤੋਂ ਮੈਂ ਹੁਣ ਬੇਨਤੀ ਕਰਦਾ ਸਰਦਾਰ ਹਰਕੀਰਤ ਸਿੰਘ ਜੀ ਹੋਣਾ ਨੂੰ ਕਿ ਉਹ ਇਹਨਾਂ ਬੱਚਿਆਂ ਨੂੰ ਇਸ ਸੈਸ਼ਨ ਬਾਰੇ ਸਾਂਝ ਪਾਉਣ ਅਤੇ ਨਾਲ ਹੀ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਇਸ ਸਾਰੇ ਪ੍ਰੋਗਰਾਮ ਨੂੰ ਸਮ ਅਪ ਕਰਦਿਆਂ ਹੋਇਆਂ ਬੱਚਿਆਂ ਦੇ ਸਨਮੁਖ ਹੋਣ ਜੀ ਟਰੱਸਟੀ ਸਾਹਿਬਾਨ ਸਰਦਾਰ ਹਰਕੀਰਤ ਸਿੰਘ ਜੀ। ਸਰ ਮਾਈਕ ਔਨ ਕਰ ਲਓ ਜੀ, ਤੁਸੀਂ ਮਾਈਕ ਬੰਦ ਕਰ ਲਿਆ ਜੀ ਆਪਣਾ।
हाँ जी, हाँ जी, एक बारी फतेह बुलाइए, फतेह प्रवान करनी जी। वाहिगुरु जी का खालसा, वाहिगुरु जी की फतेह। मेरे ख्याल है आवाज बच्चियों तक पहुंच रही है, क्यों हरजिंदर सिंह जी? जी सर जी, पहुंच रही है जी। हाँ जी, जिस तरह के पहले बुलारिया ने तुहानू जिक्र किया है, ट्रस्ट का मिशन है किसी तरीके एजुकेटेड गुरसिख समाज बनाने विच अपना योगदान पाइए। एजुकेटेड गुरसिख समाज, ਉਹਦੇ दो एक्टिविटीज ਅਸੀਂ ਕਰਦੇ ਹਾਂ। एक तो ਬੱਚਿਆਂ ਨੂੰ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਹੈ ਗੁਰਮਤਿ ਪੜ੍ਹਾਉਂਦੇ ਹਾਂ ਤੇ ਹੋਰ ਕਾਫੀ ਸਾਰੀ ਐਕਟੀਵਿਟੀਜ਼ ਕਰਦੇ ਹਾਂ ਤਾਂ ਕਿ ਉਹਨਾਂ ਨੂੰ ਸਿੱਖੀ ਨਾਲ ਪਿਆਰ ਪਵੇ ਤੇ ਚੰਗੇ ਇਨਸਾਨ ਬਣਨ। ਅੱਜ ਕੱਲ੍ਹ ਅਸੀਂ ਕੋਈ 1,22,000 ਬੱਚਿਆਂ ਨੂੰ ਗੁਰਮਤਿ ਨਾਲ ਜੋੜ ਰਹੇ ਹਾਂ। ਸਕੂਲਾਂ ਵਿੱਚ ਟੀਚਰਸ ਅਸੀਂ ਦਿੱਤੇ ਹੋਏ ਨੇ, ਗਵਰਨਮੈਂਟ ਟੀਚਰ ਜੋ ਉਹਨਾਂ ਨੂੰ ਪੜ੍ਹਾਉਂਦੇ ਨੇ। ਸੁਪਰਵਾਈਜ਼ਰ ਪ੍ਰੋਗਰਾਮ ਮੈਨੇਜਰ ਨੇ ਜਿਹੜੇ ਸਾਰੇ ਐਕਟੀਵਿਟੀਜ਼ ਨੂੰ ਮੋਨੀਟਰ ਕਰਦੇ ਨੇ। ਨਾਲ ਨਾਲ ਅਸੀਂ ਯਤਨ ਕਰਦੇ ਹਾਂ ਕਿ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਨੇ, ਅੱਗੋਂ ਹਾਇਰ ਸਟੱਡੀ ਲਈ ਜਾਣਾ ਚਾਹੁੰਦੇ ਨੇ, ਉਹਨਾਂ ਦੀ ਮਦਦ ਕਰੀਏ। ਉਸੇ ਦਾ ਇੱਕ ਅੰਗ ਇਹ ਹੈ, ਇੱਕ ਤਾਂ ਅਸੀਂ ਸਕਾਲਰਸ਼ਿਪ ਦਿੰਦੇ ਹਾਂ, ਦੂਜਾ ਜਿਹੜੇ ਟਾਈਮ ਲਈ ਉਹ ਸਾਡੇ ਨਾਲ ਜੁੜਦੇ ਹਨ, ਮੇਬੀ 3 years, ਮੇਬੀ 4 years, ਤੇ ਉਹਦੇ ਵਿੱਚ ਅਸੀਂ ਕੁਛ ਨਾ ਕੁਛ ਗੁਰੂ ਬਾਰੇ ਗਿਆਨ ਤੇ ਹੋਰ ਜਨਰਲ ਸਬਜੈਕਟ ਬਾਰੇ ਗਿਆਨ ਦੇਣ ਦਾ ਯਤਨ ਕਰਦੇ ਹਾਂ। 2 ਕੈਂਪ ਅਸੀਂ ਸਾਲ ਦੇ ਸਾਲ ਲਾਉਂਦੇ ਹਾਂ ਬੱਚਿਆਂ ਦੇ। ਜਿਵੇਂ ਕਿ ਤੁਹਾਡੇ ਪੁਰਾਣੇ ਜਿਹੜੇ ਗਰੁੱਪ ਬੈਠੇ ਹੋਏ ਨੇ, ਅੱਜ ਜੁੜੇ ਹੋਏ ਨੇ, ਉਹਨਾਂ ਨੂੰ ਪਤਾ ਹੀ ਹੈ। ਤੇ ਇਹ ਵੀ ਇੱਕ ਅੱਜ ਇੱਕ ਆਪਣਾ ਯਤਨ ਸੀ ਕਿ ਤੁਹਾਨੂੰ ਅਗਰ ਫਿਜ਼ੀਕਲੀ ਅਸੀਂ ਸਾਰੇ ਕੋਲ ਨਹੀਂ ਪਹੁੰਚ ਸਕਦੇ ਬਿਕਾਜ਼ ਆਫ ਕੋਵਿਡ, ਤੇ ਵੀ ਸ਼ੁਡ ਮੀਟ ਔਨ ਲਾਈਨ। ਤੇ ਉਹੀ ਯਤਨ ਅੱਜ ਕੀਤਾ ਹੈ। ਆਪ ਜੀ ਨੇ 3 ਬੁਲਾਰਿਆਂ ਤੋਂ ਅੱਜ ਦਾ ਪ੍ਰੋਗਰਾਮ ਸੁਣਿਆ ਹੈ। ਪਹਿਲੇ ਸਨ ਪ੍ਰੋਫੈਸਰ ਰੁਪਿੰਦਰ ਬੀਰ ਕੌਰ, ਦੂਜੇ ਸਰਦਾਰ ਗੁਰਬਚਨ ਸਿੰਘ ਜੀ, ਤੇ ਤੀਜੇ ਡਾਕਟਰ ਮਨਦੀਪ ਸਿੰਘ ਵੀ ਕਹਿੰਦੇ ਹਨ। ਪਰ ਇਹਨਾਂ ਨੂੰ ਜਾ ਕੇ ਤੁਸੀਂ ਕਦੇ ਯੂਨੀਵਰਸਿਟੀ 'ਚ ਗੱਲ ਪੁੱਛੀ ਤਾਂ ਗੱਲ ਸਮਝ ਨਹੀਂ ਆਣੀ। ਮੰਡੀ ਸਰ ਕਰਕੇ ਜਾਂਦੇ ਹਨ ਤੱਕ। ਹੀ ਇਜ਼ ਅ ਸਪਿਰਿਚੁਅਲ ਸਾਇੰਟਿਸਟ ਐਂਡ ਸੁਪਰ ਇੰਟੈਲੀਜੈਂਟ ਪਰਸਨ। ਉਹਨਾਂ ਨੇ ਜਿਹੜੀ ਗੱਲ ਤੁਹਾਡੇ ਨਾਲ ਕੀਤੀ ਹੈ, ਆਸ ਕਰਦੇ ਹਾਂ ਉਹ ਤੁਹਾਨੂੰ ਠੀਕ ਸਮਝ ਆਈ ਹੋਵੇਗੀ। ਕਾਫੀ ਹਾਇਰ ਲੈਵਲ ਦੀ ਗੱਲ ਲੱਗ ਰਹੀ ਸੀ ਮੈਨੂੰ। ਅਸੀਂ ਇਹ ਚਾਹਾਂਗੇ ਕਿ ਜਿਹੜੇ 3 ਲੈਕਚਰ ਹੋਏ ਹਨ, ਇਹਦੇ ਬਾਰੇ ਥੋੜ੍ਹਾ ਥੋੜ੍ਹਾ ਨੋਟ ਸਾਨੂੰ ਇੱਕ ਪੰਨੇ ਦੇ ਤਿੰਨਾਂ ਦਾ ਲਿਖ ਕੇ ਸਾਨੂੰ ਬਾਈ ਮੇਲ ਭੇਜ ਦਿਓ ਤਾਂ ਕਿ ਸਾਨੂੰ ਪਤਾ ਲੱਗੇ ਕਿ ਕਿੰਨੇ ਤੁਸੀਂ ਅਟੈਂਟਿਵ ਸੀਗੇ। ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਹੈ ਉਹ ਇਹ ਹੈ ਕਿ ਅਸੀਂ ਸਾਰੇ ਬੱਚਿਆਂ ਦਾ ਧਾਰਮਿਕ ਸਟੇਟਸ ਮੋਨੀਟਰ ਕਰਦੇ ਹਾਂ। ਜਿਹੜਾ ਕਿ ਤੁਸੀਂ ਨਵੇਂ ਬੱਚਿਆਂ ਨੂੰ ਹੁਣ ਭਰਿਆ ਹੋਣਾ ਤੇ ਪੁਰਾਣੇ ਬੱਚਿਆਂ ਨੂੰ ਫਿਰ ਮੋਟਾ ਮੋਟੀ ਪਤਾ ਹੈ। ਉਹਦੇ ਵਿੱਚ ਅਸੀਂ ਕੁਛ ਐਨਾਲਿਸਿਸ ਕੱਲ੍ਹ ਕੀਤਾ ਸੀ ਬੈਠ ਕੇ। ਤੇ ਕੁਝ ਬੱਚੇ ਹਨ ਜੋ ਰੈਗੂਲਰ ਪਾਠ, ਸਿਮਰਨ, ਸਹਿਜ ਪਾਠ ਕਰ ਰਹੇ ਹਨ, ਪਰ ਕੁਝ ਬੱਚੇ ਐਸੇ ਵੀ ਹਨ ਜਿਹੜੇ ਕਾਫੀ ਉਸ ਲੈਵਲ ਤੋਂ ਘੱਟ ਹਨ ਜਿਸ ਲੈਵਲ ਦੇ ਅਸੀਂ ਚਾਹੁੰਦੇ ਹਾਂ ਕਿ ਇੰਨੇ ਬੱਚੇ ਕਰਨ। ਤੇ ਉਹ ਅਸੀਂ ਤੁਹਾਨੂੰ ਹਫ਼ਤੇ 10 ਦਿਨ ਦੇ ਵਿੱਚ ਸਾਰੀ ਰਿਪੋਰਟ ਭੇਜਾਂਗੇ ਤੁਹਾਡੇ ਬਾਰੇ, ਤਾਂ ਜੋ ਤੁਸੀਂ ਥੋੜ੍ਹਾ ਜਿਹਾ ਹੋਰ ਕਰੈਕਟਿਵ ਐਕਸ਼ਨ ਉਹਦੇ ਬਾਰੇ ਲੈ ਸਕੋ ਤੇ ਥੋੜ੍ਹਾ ਗੁਰੂ ਨਾਲ ਹੋਰ ਪਿਆਰ ਪਾ ਸਕੋ, ਗੁਰੂ ਨਾਲ ਹੋਰ ਜੁੜ ਸਕੋ। ਆਓ ਰਲ ਮਿਲ ਕੇ ਅਸੀਂ ਯਤਨ ਕਰੀਏ ਕਿ ਇੱਕ ਚੰਗਾ ਸਿੱਖ ਸਮਾਜ ਬਣੇ ਜਿਹਦੇ ਵਿੱਚ ਸੱਚ ਦਾ ਬੋਲਬਾਲਾ ਹੋਵੇ, ਇੰਟੈਲੀਜੈਂਸ ਦਾ ਬੋਲਬਾਲਾ ਹੋਵੇ, ਚੰਗੇ ਇੰਜੀਨੀਅਰਸ ਹੋਣ, ਚੰਗੇ ਡਾਕਟਰਸ ਹੋਣ, ਸਿਰਫ ਡਾਕਟਰ ਵੀ ਨਹੀਂ ਹੋਣ, ਚੰਗੇ ਇਨਸਾਨ ਵੀ ਹੋਣ, ਤਾਂ ਕਿ ਜਿਹੜੇ ਮੈਡੀਕਲ ਟਰੀਟਮੈਂਟ, ਜਿਹੜੇ ਕੰਮ ਤੁਹਾਡੇ ਥਰੂ ਉੱਥੇ ਜਨਤਾ ਨੂੰ ਪਹੁੰਚਣ ਜਾਂ ਸੁਸਾਇਟੀ ਨੂੰ ਪਹੁੰਚਣ, ਉਹ ਸਹੀ ਹੋ। ਇਹ ਸਾਰੇ ਯਤਨ ਕਰਨ ਵਾਸਤੇ ਹੀ ਅਸੀਂ ਸਾਰੇ ਅੱਜ ਇਕੱਠੇ ਹੋਏ ਹਾਂ। ਆਸ ਕਰਦੇ ਹਾਂ ਤੁਹਾਨੂੰ ਲੈਕਚਰ ਪਸੰਦ ਆਏ ਹੋਣਗੇ। ਅਗਲਾ ਪ੍ਰੋਗਰਾਮ ਸ਼ਾਇਦ ਡਾਕਟਰ ਕਮਲਜੀਤ ਸਿੰਘ ਹੋਰਾਂ ਨੇ ਤੁਹਾਨੂੰ ਦੱਸਿਆ ਹੋਵੇ, ਉਹ ਅਗਲੇ ਸੈਟਰਡੇ ਹੈ ਤੇ ਇਹੋ ਹੀ ਟਾਈਮਿੰਗ ਹਨ। ਉਹਦੇ ਵਿੱਚ ਜਿਹੜੇ ਬੁਲਾਰੇ ਹਨ
ਬੇਸਿਕਲੀ ਤੁਸੀਂ ਉਹਨਾਂ ਨੂੰ ਪਹਿਲੇ ਪੁਰਾਣੇ ਬੱਚਿਆਂ ਨੇ ਸੁਣਿਆ ਹੋਇਆ ਹੈ, ਡਾਕਟਰ ਬ੍ਰਿਜਪਾਲ ਸਿੰਘ ਹਨ, ਡਾਕਟਰ ਸਰਜੀਤ ਸਿੰਘ ਜੀ ਹਨ ਤੇ ਇੱਕ ਬੁਲਾਰੇ ਹੋਰ ਹਨ। ਇਹ ਸਾਰੇ ਬੇਸਿਕਲੀ ਧਾਰਮਿਕ ਐਸਪੈਕਟ ਤੇ ਗੱਲ ਕਰਨਗੇ ਔਰ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਉਹਨੂੰ ਬਹੁਤ ਹੀ ਇੰਜੋਏ ਕਰੋਗੇ। ਇਸ ਆਸ ਨਾਲ ਹੀ ਇੱਕ ਵਾਰੀ ਫਿਰ ਆਪਾਂ ਇਹ ਸੋਚ ਬਣਾਈਏ ਕਿ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਚੰਗਾ ਸਮਾਜ ਸਿਰਜਣ ਵਿੱਚ ਯਤਨ ਕਰਨਾ ਹੈ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਹੋਰ ਕੁਝ ਬੋਲਣਾ है या डिस्पर्स करना है? ਹਰਜਿੰਦਰ ਸਿੰਘ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਬੇਨਤੀ ਕਰਦਾ ਡਾਕਟਰ ਕਮਲਜੀਤ ਸਿੰਘ ਜੀ ਹੁਣਾਂ ਨੂੰ ਕਿ ਉਹ ਆਪਣੇ ਚੰਦ ਸ਼ਬਦਾਂ ਦੇ ਨਾਲ ਇਹ ਸਾਰੇ ਪ੍ਰੋਗਰਾਮ ਨੂੰ ਸਮ ਅਪ ਕਰਦਿਆਂ ਹੋਇਆਂ ਸਮਾਪਤੀ ਕਰਨ ਜੀ। ਡਾਕਟਰ ਕਮਲਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਵੀਡੀਓ ਔਨ ਕਰ ਲਓ ਜੀ ਆਪਣੀ। ਅੱਛਾ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਦੇ ਤਿੰਨਾਂ ਬੁਲਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਾਡਾ ਸੱਦਾ ਪ੍ਰਵਾਨ ਕੀਤਾ, ਬੱਚਿਆਂ ਦੇ ਰੂਬਰੂ ਹੋਏ, ਬੜੇ ਵਿਦਵਤਾ ਭਰਪੂਰ ਉਹਨਾਂ ਨੇ ਲੈਕਚਰ ਦਿੱਤੇ। ਇਹਨਾਂ ਸਾਡੇ ਬੱਚਿਆਂ ਨੇ ਉਸ ਤੋਂ ਭਰਪੂਰ ਫਾਇਦਾ ਉਠਾਇਆ ਹੋਵੇਗਾ ਤੇ ਅੱਗੇ ਆਪਣੇ ਜੀਵਨ ਦੇ ਵਿੱਚ ਇਹਨੂੰ ਅਪਣਾਉਣਗੇ। ਤੇ ਅਗਲਾ ਪ੍ਰੋਗਰਾਮ ਸਾਡਾ ਨੈਕਸਟ ਸੈਟਰਡੇ ਹੋਏਗਾ। ਉਹਦੇ ਵਿੱਚ 3 ਬੁਲਾਰੇ ਐਕਸਪਰਟਸ ਡਿਫਰੈਂਟ ਫੀਲਡ ਤੋਂ ਆਉਣਗੇ ਤੇ ਜਿਨ੍ਹਾਂ ਬਾਰੇ ਵੀਰ ਜੀ ਨੇ ਵੀ ਜ਼ਿਕਰ ਕੀਤਾ ਹੈ। ਅਸੀਂ ਜਿਵੇਂ ਵੀਰ ਜੀ ਨੇ ਦੱਸਿਆ ਕਿ ਅਸੀਂ ਸੱਚੇ ਸੁੱਚੇ ਗੁਰਸਿੱਖ ਪ੍ਰੋਫੈਸ਼ਨਲ ਬਣਨਾ ਹੈ। ਅਸੀਂ ਗੁਰੂ ਦੇ ਆਸ਼ੇ ਮੁਤਾਬਿਕ ਆਪਣਾ ਜੀਵਨ ਢਾਲਣਾ ਹੈ ਤੇ ਜੀਵਨ ਜਾਂਚ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ ਤੇ ਆਪਣਾ ਜੀਵਨ ਸੱਚਾ ਸੁੱਚਾ ਬਣਾਉਣਾ ਹੈ। ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਇਸ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਹਫ਼ਤੇ ਲਈ ਅਗਲੇ ਹਫ਼ਤੇ ਤੱਕ ਵਿਦਾ ਲੈਂਦੇ ਹਾਂ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰ ਦੀ ਐਂਡ ਜੀ।